ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਜੋ ਕਿ ਤੁਹਾਡਾ ਸੁਪਰਵਾਈਜ਼ਰ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਆ, 7th ਪਾਰਟ ਆ, ਉਹਦੇ ਨਾਲ ਰਿਲੇਟਡ ਕੁਝ MCQ ਡਿਸਕਸ ਕਰਨ ਲੱਗੇ ਆ। ਤਾਂ ਜੋ ਵੀ ਬੱਚੇ ਸੁਪਰਵਾਈਜ਼ਰ ਜਾਂ NTT ਦਾ ਕੋਰਸ ਲੈਣਾ ਚਾਹੁੰਦੇ ਨੇ ਤੇ ਜਲਦੀ ਹੀ PTET ਦੇ ਬੈਚ ਵੀ ਸਟਾਰਟ ਹੋਣ ਜਾ ਰਹੇ ਆ, ਤਾਂ ਜੋ ਵੀ ਬੱਚੇ ਇਹਨਾਂ ਦੇ ਵਿੱਚੋਂ ਕੋਈ ਵੀ ਬੈਚ ਲੈਣਾ ਚਾਹੁੰਦੇ ਨੇ ਤਾਂ जो डिस्क्रिप्शन बॉक्स ਦੇ ਵਿੱਚ ਤੁਹਾਨੂੰ ਨੰਬਰ ਦਿੱਤਾ ਗਿਆ ਜਾਂ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਹਦੇ ਉੱਪਰ ਤੁਸੀਂ ਆਪਣੀ ਇਨਕੁਆਇਰੀ ਲੈ ਸਕਦੇ ਹੋ। ਤਾਂ ਆਪਣੇ ਜੋ ਬੈਚ ਚੱਲ ਰਹੇ ਨੇ NTT ਦਾ ਬੈਚ ਸੁਪਰਵਾਈਜ਼ਰ, ਆਂਗਨਵਾੜੀ ਸੁਪਰਵਾਈਜ਼ਰ ਦਾ ਬੈਚ, ਜਿਹਦੇ ਵਿੱਚ ਤੁਹਾਨੂੰ ਇਕੱਲਾ 7th ਪਾਰਟ ਵੀ ਪ੍ਰੋਵਾਈਡ ਕੀਤਾ ਜਾ ਰਿਹਾ ਤੇ ਕੰਪਲੀਟ ਕੋਰਸ ਵੀ ਅਕੈਡਮੀ ਵੱਲੋਂ ਆਂਗਨਵਾੜੀ ਸੁਪਰਵਾਈਜ਼ਰ ਦਾ ਫੀਮੇਲਸ ਲਈ ਪ੍ਰੋਵਾਈਡ ਕੀਤਾ ਜਾ ਰਿਹਾ। ਤਾਂ ਜੋ ਵੀ ਇੰਟਰਸਟਿਡ ਨੇ ਕੋਰਸ ਨੂੰ ਲੈਣਾ ਚਾਹੁੰਦੇ ਨੇ ਕੋਰਸ ਨੂੰ ਪਰਚੇਜ਼ ਕਰ ਸਕਦੇ ਨੇ। ETT ਦਾ ਕੋਰਸ ਆਲਰੇਡੀ ਚੱਲ ਰਿਹਾ ਹੈਗਾ। ਜੋ ਵੀ ਬੱਚੇ ਥੋੜੇ ਦਿਨਾਂ ਦੇ ਵਿੱਚ ETT ਨੂੰ ਕਵਰ ਕਰਨਾ ਚਾਹੁੰਦੇ ਨੇ, ਰਿਕਾਰਡਡ ਕਲਾਸਿਸ ਲੈਣਾ ਚਾਹੁੰਦੇ ਨੇ, ਉਹ ਵੀ ਕੋਰਸ ਨੂੰ ਪਰਚੇਜ਼ ਕਰ ਸਕਦੇ ਆ। ਤੇ ਜਲਦੀ ਹੀ ਅਕੈਡਮੀ ਟੈਟ ਦਾ ਬੈਚ, PS ਟੈਟ ਦੇ ਬੈਚ ਨੂੰ ਜਿਹੜਾ ਹੈਗਾ ਅਨਾਉਂਸ ਕਰਨ ਜਾ ਰਹੀ ਹੈ। ਤਾਂ ਉਹਦੇ ਰਿਗਾਰਡਿੰਗ ਵੀ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਡੈਮੋ ਕਲਾਸਿਸ ਜਿਹੜੀਆਂ ਹੈਗੀਆਂ PTET ਦੀਆਂ ਜਲਦੀ ਹੀ ਆਊਟ ਕੀਤੀਆਂ ਜਾਣਗੀਆਂ। ਤਾਂ ਅਸੀਂ ਸਟਾਰਟ ਕਰਦੇ ਹਾਂ ਜੀ ਜੋ ਸਾਡੇ ਅੱਜ ਦੇ ਕੁਐਸਚਨ ਨੇ। ਫਰਸਟ ਕੁਐਸਚਨ ਆਪਣੇ ਕੋਲ, when a child start walk on toes, ਤਾਂ ਇੱਕ ਬੱਚਾ ਜਿਹੜਾ ਹੈਗਾ ਟੋਜ਼ ਦੇ ਉੱਪਰ ਯਾਨੀ ਕਿ ਆਪਣੇ ਪੱਬਾਂ ਦੇ ਉੱਪਰ ਕਦੋਂ ਤੁਰਨਾ ਸ਼ੁਰੂ ਕਰਦਾ। ਤਾਂ ਇੱਕ ਬੱਚਾ ਜੀ ਇਨੀਸ਼ੀਅਲੀ 3 ਤੋਂ 4 ਸਾਲ ਦੀ ਉਮਰ ਦੇ ਵਿੱਚ ਆਪਣੇ ਪੱਬਾਂ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੰਦਾ। ਇਹ ਟੌਪਿਕ ਮੈਂ ਤੁਹਾਨੂੰ ਪ੍ਰੀ ਸਕੂਲ ਦੇ ਅੰਦਰ ਵੀ ਕਰਵਾ ਚੁੱਕੀ ਹਾਂ ਤੇ ਚਾਈਲਡ ਡਿਵੈਲਪਮੈਂਟ ਦੇ ਵਿੱਚ ਵੀ ਇਹਨੂੰ ਤੁਸੀਂ ਕਰ ਸਕਦੇ ਹੋ। ਤਾਂ ਦੋਨੋਂ ਟੌਪਿਕ ਦੇ ਲਈ ਤੁਹਾਡਾ ਇੰਪੋਰਟੈਂਟ ਹੈ। ਤਾਂ ਜਿਹੜੀਆਂ ਪ੍ਰੀ ਸਕੂਲ ਦੇ ਰਿਲੇਟਡ ਅਸੀਂ ਕੁਝ ਕੰਪੀਟੈਂਸੀਜ਼ ਬੱਚੇ ਦੀਆਂ ਕੀਤੀਆਂ ਸੀਗੀਆਂ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ 3 ਤੋਂ 4 ਸਾਲ ਦੇ ਬੱਚੇ ਦੀਆਂ ਕੀ ਯੋਗਤਾਵਾਂ ਨੇ, 4 ਤੋਂ 5 ਸਾਲ ਦੇ ਬੱਚੇ ਦੀਆਂ ਕੀ ਯੋਗਤਾਵਾਂ ਨੇ, 5 ਤੋਂ 6 ਸਾਲ ਦੇ ਬੱਚੇ ਦੀਆਂ ਕੀ ਯੋਗਤਾਵਾਂ ਨੇ, ਕਿਉਂਕਿ ਇਹਨਾਂ ਯੋਗਤਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜੇ ਪ੍ਰੀ ਸਕੂਲ ਟੀਚਰ ਜਾਂ ਆਂਗਨਵਾੜੀ ਵਰਕਰ ਹੈਗੇ ਨੇ ਉਹ ਆਂਗਨਵਾੜੀ ਸੁਪਰਵਾਈਜ਼ਰ ਦੀ ਨਿਗਰਾਨੀ ਦੇ ਅੰਡਰ ਬੱਚਿਆਂ ਨੂੰ ਟੀਚ ਕਰਨਗੇ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, which of following not competencies of child of age 4 to 5 year, ਤਾਂ ਇਹਨਾਂ ਵਿੱਚੋਂ ਕਿਹੜੀ ਕੰਪੀਟੈਂਸੀ ਹੈ ਜਿਹੜੀ ਯੋਗਤਾ, ਕੰਪੀਟੈਂਸੀਜ਼ ਮਤਲਬ ਕਿਹੜੀ ਯੋਗਤਾ ਜਿਹੜੀ ਹੈਗੀ ਉਹ 4 ਤੋਂ 5 ਸਾਲ ਦੀ ਉਮਰ ਦੇ ਬੱਚੇ ਦੇ ਵਿੱਚ ਨਹੀਂ ਹੁੰਦੀ। ਤਾਂ 4 ਸਾਲ ਤੋਂ 5 ਸਾਲ ਦੇ ਬੱਚੇ ਵਿੱਚ ਕਿਹੜੀ ਯੋਗਤਾ ਨਹੀਂ ਡਿਵੈਲਪ ਹੁੰਦੀ। ਸਭ ਤੋਂ ਪਹਿਲਾਂ ਤਾਂ ਮੈਚ ਸਿਮਿਲਰ ਆਬਜੈਕਟਸ ਬੇਸ ਔਨ ਦਾ ਬੇਸਿਸ ਆਫ ਕਲਰ ਤੇ ਸ਼ੇਪ। ਠੀਕ ਹੈ, ਸ਼ੇਪ ਦੇ ਆਧਾਰ ਦੇ ਉੱਪਰ ਕਹਿੰਦੇ ਉਹ ਚੀਜ਼ਾਂ ਦਾ ਮਿਲਾਨ ਕਰ ਸਕਦੇ ਆ ਤੇ ਰੰਗ ਦੇ ਆਧਾਰ ਉੱਪਰ ਉਹ ਚੀਜ਼ਾਂ ਦਾ ਮਿਲਾਨ ਕਰ ਸਕਦੇ ਆ। ਬਿਲਕੁਲ ਸਹੀ ਆ, ਇਹ ਐਬਿਲਿਟੀ ਉਹਨਾਂ ਦੇ ਵਿੱਚ ਹੁੰਦੀ ਆ। यूज ऑफ लॉन्ग एंड कंपलैक्स सेंटेंसेस, 4 ਤੋਂ 5 ਸਾਲ ਦਾ ਬੱਚਾ 2 ਸਾਲ ਤੋਂ ਬਾਅਦ ਬੱਚਾ ਜਿਹੜਾ ਹੈਗਾ ਭਾਸ਼ਾ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਤੇ 3 ਤੋਂ 4 ਸਾਲ ਦੀ ਉਮਰ ਦੇ ਵਿੱਚ ਉਹ ਲੰਬੇ ਜਿਹੜੇ ਹੈਗੇ ਨੇ 4 ਤੋਂ 5 ਸਾਲ ਦੀ ਉਮਰ ਵਿੱਚ ਲੰਬੇ ਤੇ ਔਖੇ ਸ਼ਬਦਾਂ ਦੀ ਵਾਕਾਂ ਦੀ ਵਰਤੋਂ ਵੀ ਉਹ ਕਰਨੀ ਸ਼ੁਰੂ ਕਰ ਦਿੰਦਾ। ਠੀਕ ਹੈ, ਬਾਲ ਨੂੰ ਫੜਨੀ ਤੇ ਸੁੱਟਣੀ ਵੀ ਉਹ ਸ਼ੁਰੂ ਕਰ ਦਿੰਦਾ। ਬਟ ਜਿਹੜਾ 4 ਤੋਂ 5 ਸਾਲ ਦਾ ਬੱਚਾ ਹੈਗਾ ਹਜੇ ਉਹ ਸਮਾਲ ਸਟੋਰੀ ਨੂੰ ਨਰੇਟ ਕਰਨਾ, ਉਹਦਾ ਵਰਤਾਂਤ ਪੇਸ਼ ਕਰਨਾ ਸ਼ੁਰੂ ਨਹੀਂ ਕਰ ਸਕਦਾ, ਹਨਾ। ਉਹ ਜਿਹੜੀ ਕੰਪੀਟੈਂਸੀ ਆ ਬੱਚੇ ਦੇ ਵਿੱਚ 5 ਤੋਂ 6 ਸਾਲ ਦੀ ਉਮਰ ਦੇ ਵਿੱਚ ਵਿਕਸਿਤ ਹੁੰਦੀ ਆ। ਤਾਂ ਸਟੋਰੀ ਨੂੰ ਨਰੇਟ ਕਰਨਾ ਆਪਣੇ ਸ਼ਬਦਾਂ ਦੇ ਵਿੱਚ ਇੱਕ ਪ੍ਰੋਪਰ ਵੇ ਦੇ ਨਾਲ ਉਹ ਹਜੇ ਬੱਚੇ ਦੇ ਵਿੱਚ ਵਿਕਸਿਤ ਨਹੀਂ ਹੁੰਦੀ। ਦੇਖੋ ਵੈਸੇ ਤਾਂ ਅੱਜ ਕੱਲ੍ਹ ਬੱਚੇ ਸ਼ਾਰਪ ਆ, ਕਈ ਬੱਚੇ ਮਤਲਬ 4 ਤੋਂ 5 ਸਾਲ ਦੇ ਵਿੱਚ ਵੀ ਸਟੋਰੀਜ਼ ਨਰੇਟ ਕਰ ਲੈਂਦੇ ਆ। ਬਟ ਅਸੀਂ ਕਿਉਂਕਿ ਚੈਪਟਰ ਦੇ ਅਕੋਰਡਿੰਗ ਜਾਂ NIPPCD ਦੇ ਡਾਕੂਮੈਂਟ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਪ੍ਰੀ ਸਕੂਲ ਕਰਵਾਇਆ ਸੀਗਾ, ਤਾਂ ਉਹਦੇ ਅਕੋਰਡਿੰਗ ਜਿਹੜੀ ਏਜ ਹੈ 4 ਤੋਂ 5 ਸਾਲ ਉਹਦੇ ਵਿੱਚ ਬੱਚਾ ਇਹ ਵਿਕਸਿਤ ਨਹੀਂ ਕਰਦਾ। ਇਹ ਐਬਿਲਿਟੀ ਜਿਹੜੀ ਹੈਗੀ ਉਹ ਬੱਚੇ ਦੇ ਵਿੱਚ 5 ਤੋਂ 6 ਸਾਲ ਦੀ ਉਮਰ ਦੇ ਵਿੱਚ ਵਿਕਸਿਤ ਹੁੰਦੀ ਹੈ। ਨੈਕਸਟ ਹੈ ਜੀ ਆਪਣੇ ਕੋਲ, ਵਿਚ ਮੈਡੀਸਨ ਮੇ ਕਾਜ਼ ਆਫ ਰੇ ਸਿੰਡਰੋਮ ਇਨ ਚਿਲਡਰਨ। ਠੀਕ ਹੈ ਜੀ, ਸਭ ਤੋਂ ਪਹਿਲਾਂ ਤਾਂ ਇੱਕ ਤਰੀਕੇ ਨਾਲ ਰੇ ਸਿੰਡਰੋਮ ਹੈ ਕੀ ਆ। ਰੇ ਸਿੰਡਰੋਮ ਜਿਹੜੀ ਹੈ ਇੱਕ ਗੰਭੀਰ ਬਿਮਾਰੀ ਆ। ਕੁਐਸਚਨ ਆਪਣੇ ਤੋਂ ਕੀ ਪੁੱਛਿਆ ਕਿ ਕਿਹੜੀ ਮੈਡੀਸਨ ਦੇ ਨਾਲ ਬੱਚਿਆਂ ਦੇ ਵਿੱਚ ਰੇ ਸਿੰਡਰੋਮ ਦੀ ਸਮੱਸਿਆ ਆ ਜਾਂਦੀ ਆ। ਤਾਂ ਰੇ ਸਿੰਡਰੋਮ ਆ ਜਿਹੜੀ ਇੱਕ ਗੰਭੀਰ ਬਿਮਾਰੀ ਆ ਜੋ 15 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਆ ਦੇਖੀ ਜਾਂਦੀ ਹੈ, ਜਿਹਦੇ ਚ ਉਹਨਾਂ ਦੇ ਸਰੀਰਕ ਅੰਗ ਜੋ ਬੋਡੀ ਆਰਗਨਸ ਨੇ, ਠੀਕ ਹੈ, ਬੋਡੀ ਆਰਗਨ ਨੇ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਆ ਮੈਡੀਸਨ ਦੇ ਕਰਕੇ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਸਭ ਤੋਂ ਪਹਿਲਾਂ ਬ੍ਰੇਨ, ਇੱਕ ਤਰੀਕੇ ਨਾਲ ਬ੍ਰੇਨ ਪਹਿਲਾਂ ਹਨਾ ਡਿਫੈਕਟ ਹੋ ਗਿਆ, ਫਿਰ ਲਿਵਰ ਡਿਫੈਕਟ ਹੋ ਗਿਆ। ਠੀਕ ਹੈ, ਤਾਂ ਇਹਦੇ ਕਰਕੇ ਰੇ ਸਿੰਡਰੋਮ ਦੇ ਕਰਕੇ ਸਾਡੇ ਜਿਹੜੇ ਬੋਡੀ ਆਰਗਨਸ ਹੈਗੇ ਨੇ ਬੱਚਿਆਂ ਦੇ ਉਹ ਅਫੈਕਟ ਹੁੰਦੇ ਆ। ਤਾਂ ਕਿਹੜੀ ਮੈਡੀਸਨ ਆ ਜਿਹੜੀ ਕਿ ਅਸੀਂ ਬੱਚਿਆਂ ਨੂੰ ਦੇਣ ਤੋਂ ਪਰਹੇਜ਼ ਕਰਨੀ ਆ ਤਾਂ ਕਿ ਉਹ ਰੇ ਸਿੰਡਰੋਮ ਤੋਂ ਬਚ ਸਕਣ।
तो मेडिसिन केड़ी हैगी आ जी एस्प्रिन। ठीक है, क्लास ਦੇ ਵਿੱਚ ਤੁਹਾਨੂੰ ਕਰਾ ਚੁੱਕੀ ਆ ਕਿ एस्प्रिन ਜਿਹੜੀ ਹੈਗੀ ਆ ਉਹ ਬੇਸ਼ੱਕ OTC ਆ। OTC ਕੀ ਹੈਗੀ ਆ, ਆਪਾਂ ਕਹੀਏ ਓਵਰ ਦਾ ਕਾਊਂਟਰ ਮੈਡੀਸਨ, ਅਸੀਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੇ ਬਿਨਾ ਲੈ ਸਕਦੇ ਹਾਂ, ਬਟ ਉਹ ਅਡਲਟ ਲੈ ਸਕਦੇ ਆ। ਛੋਟਾ ਬੱਚਾ ਐਸਪਰੀਨ ਦੀ ਵਰਤੋਂ नहीं कर सकता। 6 ਮੰਥ ਤੋਂ ਛੋਟੇ ਬੱਚੇ ਨੂੰ, ਜੇ ਬੱਚਾ 6 ਮੰਥ ਤੋਂ ਛੋਟਾ ਤਾਂ ਤੁਸੀਂ ਉਹਨੂੰ ਐਸਿਟਾਮਿਨੋਫਿਨ ਦੇ ਸਕਦੇ ਹੋ। ਠੀਕ ਹੈ, ਐਸਿਟਾਮਿਨੋਫਿਨ ਦੇ ਸਕਦੇ ਹੋ। ਤੇ ਜੇ ਬੱਚਾ 6 ਮੰਥ ਤੋਂ ਜ਼ਿਆਦਾ ਉਮਰ ਦਾ ਹੋ ਚੁੱਕਾ ਤਾਂ ਤੁਸੀਂ ਐਸਿਟਾਮਿਨੋਫਿਨ ਵੀ ਦੇ ਸਕਦੇ ਹੋ ਤੇ ਬਰੂਫਨ ਵੀ ਉਹਨੂੰ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ, ਤਾਂ ਦੋਨੋਂ ਮੈਡੀਸਨ ਜਿਹੜੀਆਂ ਹੈਗੀਆਂ ਉਹ ਬੇਸਿਕਲੀ ਬੱਚਿਆਂ ਨੂੰ OTC ਦੇ ਤੌਰ ਤੇ ਜਾਨੀ ਓਵਰ ਦੀ ਕਾਊਂਟਰ ਮੈਡੀਸਨ। ਓਵਰ ਦੀ ਕਾਊਂਟਰ ਮੈਡੀਸਨ ਬੇਟਾ ਕੀ ਹੁੰਦੀਆਂ, ਜਿਹੜੀਆਂ ਅਸੀਂ ਡਾਕਟਰ ਦੀ ਸਲਾਹ ਦੇ ਬਿਨਾ ਵੀ ਘਰ ਦੇ ਵਿੱਚ, ਜਿਵੇਂ ਆਪਾਂ ਨੂੰ ਫੀਵਰ ਹੁੰਦਾ ਤਾਂ ਆਪਾਂ ਪੈਰਾਸੀਟਾਮੋਲ ਲੈ ਲੈਂਦੇ ਹਾਂ, ਉਸ ਤਰੀਕੇ ਨਾਲ OTC ਮੈਡੀਸਨ ਹੁੰਦੀਆਂ। ਤਾਂ ਛੋਟੇ ਬੱਚਿਆਂ ਲਈ ਜਿਹੜੀਆਂ ਦੋ ਮੇਨ OTC ਨੇ ਉਹ ਕਿਹੜੀਆਂ ਨੇ, ਐਸਟਾਮਿਨੋਫਿਨ ਐਂਡ ਬਰੂਫਨ। ਜੇਕਰ ਬੱਚਿਆਂ ਨੂੰ ਚੈਸਟ ਕੋਲਡ ਵਗੈਰਾ ਦੀ ਕੋਈ ਸਮੱਸਿਆ ਹੁੰਦੀ ਆ ਜਾਂ ਥੋੜੀ ਬਹੁਤ ਫਲੂ ਦੀ ਸਮੱਸਿਆ ਹੁੰਦੀ ਆ, ਕਾਮਨ ਕੋਲਡ ਹੁੰਦਾ, ਤਾਂ ਅਸੀਂ ਜਿਹੜੀਆਂ ਹੈਗੀਆਂ ਇਹ ਪੇਨ ਰਿਲੀਫਰ ਦੇ ਤੌਰ ਤੇ ਦੋ ਮੈਡੀਸਨ ਛੋਟੇ ਬੱਚਿਆਂ ਨੂੰ ਦੇ ਸਕਦੇ ਆ। ਐਸਪਰੀਨ ਬੱਚਿਆਂ ਨੂੰ ਬਿਲਕੁਲ ਵੀ ਦਿੱਤੀ ਨਹੀਂ ਜਾਊਗੀ। ਤੇ ਜਿਹੜੀ ਅਮੋਕਸਿਲਿਨ ਹੈ ਬੇਟਾ ਇਹ ਐਂਟੀਬਾਇਓਟਿਕ ਆ। ठीक है, एंटीबायोटिक आ, ये डॉक्टर की सलाह के बिना कभी भी नहीं दी जा सकती। खास करके बच्चों को बिल्कुल भी जी एंटीबायोटिक आ डॉक्टर की सलाह के बिना असी नहीं दे सकते। ठीक है जी, नैक्सट क्वेश्चन है जी अपने को, इन 2012 हाउ मैनी न्यूट्रिशन टारगेट्स कीप इन द वर्ल्ड ਹੈਲਥ ਅਸੈਂਬਲੀ। ਤਾਂ ਵਰਲਡ ਹੈਲਥ ਅਸੈਂਬਲੀ ਦੇ ਅੰਡਰ 2012 ਦੇ ਵਿੱਚ, ਠੀਕ ਹੈ, ਇੱਕ ਟਾਰਗੇਟ ਰੱਖੇ ਗਏ ਸੀ। ਜਿਹੜੇ ਟਾਰਗੇਟ ਨੇ, ਇਹ ਟਾਰਗੇਟ ਮੈਂ ਤੁਹਾਨੂੰ ਤੁਹਾਡੇ ਮਾਲ ਨਿਊਟ੍ਰੀਸ਼ਨ ਵਾਲੇ ਟੌਪਿਕ ਦੇ ਵਿੱਚ ਕਰਾ ਚੁੱਕੀ ਹਾਂ, ਜਦੋਂ ਤੁਹਾਨੂੰ ਇੱਕ ਰਿਪੋਰਟ ਕਰਵਾਈ ਸੀਗੀ, ਗਲੋਬਲ ਨਿਊਟ੍ਰੀਸ਼ਨ ਰਿਪੋਰਟ। ਠੀਕ ਹੈ ਜੀ, ਗਲੋਬਲ ਨਿਊਟ੍ਰੀਸ਼ਨ ਰਿਪੋਰਟ। ਤਾਂ ਜਿਹੜੀ ਸਾਡੇ ਕੋਲ ਲੇਟੈਸਟ 2020 ਦੀ ਰਿਪੋਰਟ ਸੀਗੀ, ਉਹਦੇ ਵਿੱਚ ਜਿਹੜਾ ਹੈਗਾ ਭਾਰਤ ਨੂੰ ਬੇਸਿਕਲੀ ਇਸ ਜੋ ਇੱਕ ਟਾਰਗੇਟ ਰੱਖੇ ਗਏ ਹੈਗੇ ਆ 2012 ਦੇ ਵਿੱਚ। ਠੀਕ ਹੈ, 2012 ਦੇ ਵਿੱਚ ਜੋ 2012 ਦੇ ਵਿੱਚ ਜੋ ਟਾਰਗੇਟ ਰੱਖੇ ਗਏ ਸੀਗੇ ਪੋਸ਼ਣ ਨੂੰ ਲੈ ਕੇ ਅਚੀਵ ਕਰਨ ਦੇ ਲਈ, ਭਾਰਤ ਨੇ ਵੀ ਉਹ ਟਾਰਗੇਟ ਅਚੀਵ ਕਰਨੇ ਸੀਗੇ। ਉਹ 6 ਟਾਰਗੇਟ ਸੀਗੇ। ਠੀਕ ਹੈ, ਜਿਨ੍ਹਾਂ ਨੂੰ ਮੰਨ ਕੇ ਚੱਲੋ ਕਿ 2020 ਜਾਂ 21 ਤੱਕ ਆਪਾਂ ਅਚੀਵ ਕਰਨਾ ਸੀ। ਠੀਕ ਹੈ, ਵੈਸੇ ਇਹਨਾਂ ਨੂੰ ਜਿਹੜਾ ਹੈ 2025 ਤੱਕ ਪੂਰਾ ਕਰਨਾ, ਬੇਸਿਕਲੀ ਇਹ ਜਿਹੜੇ ਟਾਰਗੇਟ ਸੀ 2025 ਤੱਕ ਪੂਰੇ ਕੀਤੇ ਜਾਣੇ ਸੀ, ਬਟ ਕਿਉਂਕਿ ਟਾਈਮ ਪੀਰੀਅਡ ਥੋੜਾ ਰਹਿ ਗਿਆ, 2021 ਦੀ ਗੱਲ ਚੱਲ ਰਹੀ ਹੈ, ਤਾਂ 2004 ਸਾਲਾਂ ਦੇ ਵਿੱਚ ਸ਼ਾਇਦ ਭਾਰਤ ਇਹਨਾਂ ਟਾਰਗੇਟ ਨੂੰ ਪੂਰਾ ਨਾ ਕਰ ਸਕੇ। ਤਾਂ ਇਸ ਕਰਕੇ ਜਿਹੜੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਆਈ ਸੀ 2020 ਦੀ, ਉਹਦੇ 'ਚ ਆਖਿਆ ਗਿਆ ਸੀਗਾ ਕਿ ਭਾਰਤ ਜਿਹੜਾ ਹੈ ਉਹਨਾਂ 88 ਦੇਸ਼ਾਂ ਦੇ ਵਿੱਚ ਸ਼ਾਮਲ ਆ ਜਿਹੜੇ ਕਿ 2025 ਦੇ ਵਿੱਚ ਜੋ ਟਾਰਗੇਟ ਰੱਖੇ ਗਏ ਹੈਗੇ ਨੇ ਵਰਲਡ ਨੈਸ਼ਨਲ ਅਸੈਂਬਲੀ 2012 ਦੇ ਵਿੱਚ ਜੋ 6 ਨਿਊਟ੍ਰੀਸ਼ਨ ਟਾਰਗੇਟ ਰੱਖੇ ਗਏ ਨੇ, ਉਹਨਾਂ ਨੂੰ ਸ਼ਾਇਦ ਭਾਰਤ ਅਚੀਵ ਨਾ ਕਰ ਸਕੇ। ਤਾਂ ਉਹ ਜਿਹੜੇ 6 ਟਾਰਗੇਟ ਨੇ ਉਹ ਕਿਹੜੇ ਨੇ ਬੇਟਾ, ਜੋ 2012 ਦੀ ਅਸੈਂਬਲੀ ਦੇ ਵਿੱਚ ਆਖੇ ਗਏ ਸੀ। ਸਭ ਤੋਂ ਪਹਿਲਾਂ ਹੈਗਾ 5 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ 40% ਜਿਹੜੀ ਹੈਗੀ ਆ ਉਹ ਸਟੰਟਿੰਗ ਘੱਟ ਕਰਨੀ। ਠੀਕ ਹੈ, 40% ਸਟੰਟਿੰਗ ਘੱਟ ਕਰਨੀ। ਸਟੰਟਿੰਗ ਕੀ ਸੀਗੀ ਬੇਟਾ, ਉਮਰ ਅਨੁਸਾਰ ਘੱਟ ਭਾਰ, ਹਨਾ, ਸੌਰੀ ਘੱਟ ਕੱਦ। ਤਾਂ ਜਿਹੜਾ ਮਧਰਾ ਹੋਣਾ, ਮਤਲਬ ਜੇ ਤੁਹਾਡੀ ਉਮਰ ਜ਼ਿਆਦਾ ਤੇ ਕੱਦ ਘੱਟ ਹੈਗਾ ਤਾਂ ਉਸ ਤਰੀਕੇ ਨਾਲ ਸਟੰਟਿੰਗ ਜਿਹੜੀ ਹੈਗੀ ਉਹ ਘੱਟ ਕਰਨੀ। ਡਾਇਟ ਦੇ ਉੱਪਰ ਪ੍ਰੋਪਰ ਧਿਆਨ ਦੇਣਾ। ਠੀਕ ਹੈ, 19 ਤੋਂ 49 ਸਾਲ ਦੀਆਂ ਜਿਹੜੀਆਂ ਔਰਤਾਂ ਨੇ, 19 ਤੋਂ ਲੈ ਕੇ 49 ਸਾਲ ਦੀਆਂ, ਜੋ ਦੇਖੋ ਸਟੰਟਿੰਗ ਘੱਟ ਕਿੰਨਾਂ ਦੇ ਵਿੱਚ ਕਰਨੀ ਆ, 5 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ। ਜਿਹੜੀਆਂ 19 ਤੋਂ 49 ਸਾਲ ਦੀਆਂ ਔਰਤਾਂ ਨੇ, ਇਹਨਾਂ ਔਰਤਾਂ ਦੇ ਵਿੱਚ 50% ਅਨੀਮੀਆ ਕਾਹਦੇ ਕਰਕੇ ਹੁੰਦਾ, ਖੂਨ ਦੀ ਕਮੀ ਕਰਕੇ। ਤਾਂ ਇਹਨੂੰ ਘੱਟ ਕਰਨਾ, ਇਹ ਵੀ ਟਾਰਗੇਟ ਰੱਖਿਆ ਗਿਆ ਸੀਗਾ। ਠੀਕ ਹੈ, 30% ਜਿਹੜਾ ਹੈਗਾ ਲੋ ਬਰਥ ਵੇਟ ਆ ਜਿਹੜਾ ਹੈਗਾ, ਬੱਚੇ ਜਿਹੜੇ ਅੰਡਰ ਵੇਟ ਜੰਮ ਰਹੇ ਹੈਗੇ ਆ, ਉਹਨੂੰ ਘੱਟ ਕਰਨਾ। ਠੀਕ ਹੈ, ਤੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਚੌਥਾ ਟਾਰਗੇਟ ਸੀਗਾ ਓਵਰਵੇਟ ਤੋਂ ਵੀ ਬੱਚਿਆਂ ਨੂੰ ਰੋਕਣਾ। ਠੀਕ ਹੈ, ਓਵਰਵੇਟ ਤੋਂ ਬੱਚਿਆਂ ਨੂੰ ਰੋਕਣਾ ਵੀ ਇੱਕ ਟਾਰਗੇਟ ਸੀ ਇਹਦੇ ਅੰਡਰ। 6 ਮਹੀਨਿਆਂ ਦੇ ਬੱਚੇ ਜਿਹੜੇ 6 ਮੰਥ ਤੱਕ ਦੇ ਬੱਚੇ ਨੇ, ਉਹਨਾਂ ਦੇ ਵਿੱਚ 50% ਬ੍ਰੈਸਟ ਫੀਡਿੰਗ। ਠੀਕ ਹੈ, ਬ੍ਰੈਸਟ ਫੀਡਿੰਗ ਜਾਨੀ ਮਾਂ ਦੇ ਦੁੱਧ ਦੇ ਵਿੱਚ ਜਿਹੜਾ ਹੈਗਾ ਉਹ ਵਾਧਾ ਕਰਨਾ। ਤੇ 5% ਤੋਂ ਜਿਹੜੇ ਘੱਟ ਚਾਈਲਡਹੁੱਡ ਵੇਸਟਿੰਗ ਹੈਗੀ ਆ, ਚਾਈਲਡਹੁੱਡ ਵੇਸਟਿੰਗ ਨੂੰ ਵੀ ਘੱਟ ਕਰਨਾ। ਤਾਂ ਵੇਸਟਿੰਗ ਕੀ ਸੀਗਾ, ਕੱਦ ਦੇ ਅਨੁਸਾਰ, ਕੱਦ ਤੁਹਾਡਾ
ठीक होना, बट टू दे अकॉर्डिंग ਤੁਹਾਡਾ ਭਾਰ ਸਹੀ ਨਾ ਹੋਣਾ। ਠੀਕ ਹੈ, ਤਾਂ ਵੇਸਟਿੰਗ ਸਟੰਟਿੰਗ ਇਹ ਚੀਜ਼ਾਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾ ਚੁੱਕੀ ਆ। ਤਾਂ ਇਹ ਮੇਨ ਟਾਰਗੇਟ 6 ਸੀ ਜਿਨ੍ਹਾਂ ਨੂੰ 2020 ਦੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਦੇ ਵਿੱਚ ਇਹ ਆਖਿਆ ਗਿਆ ਕਿ ਭਾਰਤ ਇਹਨਾਂ ਟਾਰਗੇਟ ਨੂੰ ਅਚੀਵ ਕਰ ਸਕਣ ਵਾਲੇ 88 ਦੇਸ਼ਾਂ ਦੇ ਵਿੱਚ ਸ਼ਾਮਲ ਹੈ। ਨੈਕਸਟ ਕੁਐਸਚਨ ਆ ਜੀ, ਹੂ ਇਜ਼ ਦਾ ਕਰੰਟ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਆਫ ਪੰਜਾਬ। ਪਹਿਲਾਂ ਤਾਂ ਜਿੰਨੀ ਪੰਜਾਬ ਦੇ ਵਿੱਚ ਸਾਡੀ ਪੋਰਟਫੋਲੀਓ ਵਿਗੜੇ ਹੋਏ ਨੇ ਮੌਜੂਦਾ ਟਾਈਮ ਦੇ ਉੱਪਰ ਅਸੀਂ ਕੁਝ ਆਖ ਹੀ ਨਹੀਂ ਸਕਦੇ, ਕਿਉਂਕਿ ਇੱਕ ਦਿਨ ਪਹਿਲਾਂ ਮੰਤਰੀ ਚੁਣਿਆ ਜਾਂਦਾ, ਠੀਕ ਹੈ, ਉਹਦੀ ਜਿਹੜਾ ਹੈਗਾ ਉਹਦਾ ਡਾਟਾ ਵੀ ਸੈਂਡ ਕਰ ਦਿੱਤਾ ਜਾਂਦਾ ਕਿ ਪਰਸਨ ਅਸੀਂ ਚੁਣ ਲਿਆ, ਤੇ ਅਗਲੇ ਦਿਨ ਜਿਹੜਾ ਹੈਗਾ ਉਹਦਾ ਡਿਪਾਰਟਮੈਂਟ ਬਦਲ ਜਾਂਦਾ ਹੈ। ਇਸ ਕਰਕੇ ਥੋੜੀ ਅਪਡੇਟ ਰਹੋ। ਪਤਾ ਨਹੀਂ ਜਿੰਨੀ ਦੀ ਮੈਂ ਕਲਾਸ ਲਗਾ ਰਹੀ ਹਾਂ ਉਹਦੇ ਦਾ ਕੋਈ ਨਾ ਕੋਈ ਮੰਤਰੀ ਬਦਲ ਰਿਹਾ ਨਾ। ਮੈਂ ਇੱਕ ਦਿਨ ਪਹਿਲਾਂ ਕਰਾਉਣੀ ਆ ਕਿ ਇਹ ਮੰਤਰੀ ਹੈ ਤਾਂ ਅਗਲੇ ਦਿਨ ਮੰਤਰੀ ਬਦਲ ਜਾਂਦਾ, ਬਟ ਫਿਲਹਾਲ ਚਲੋ ਆਪਣੇ ਕੋਲ ਕਰੰਟ ਹੈਲਥ ਐਂਡ ਫੈਮਿਲੀ ਮਿਨਿਸਟਰ। ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਡੈਫੀਨੇਟਲੀ ਇੱਕ ਵਾਰ ਮੈਂ ਪੂਰੀ ਪੰਜਾਬ ਦੀ ਤੇ ਸਟੇਟ ਦੀ ਪੰਜਾਬ ਤੇ ਨੇਸ਼ਨ ਦੀ ਜੋ ਹੈ ਬਿਊਰੋਕ੍ਰੇਸੀ ਕੰਪਲੀਟ ਜ਼ਰੂਰ ਕਰਵਾਉਂਗੀ। ਇਸੇ ਕਰਕੇ ਇਹਨਾਂ ਦੀਆਂ ਕਲਾਸਿਸ ਬੇਟਾ ਤੁਹਾਨੂੰ ਪ੍ਰੋਵਾਈਡ ਨਹੀਂ ਕਰ ਰਹੀ। ਉਹਦਾ ਰੀਜ਼ਨ ਆ ਕਿ ਇੰਨੀ ਜਲਦੀ ਚੇਂਜਸ ਆ ਰਹੀਆਂ ਨੇ ਡਿਪਾਰਟਮੈਂਟਸ ਦੇ ਵਿੱਚ ਕਿ ਇਹਨਾਂ ਦੇ ਉੱਪਰ ਕਲਾਸ ਦੇਣਾ ਫਿਲਹਾਲ ਵੇਸਟੇਜ ਆਫ ਟਾਈਮ ਆ ਨਾ, ਤਾਂ ਕਨਫਿਊਜ਼ਨ ਵੀ ਹੋਊਗੀ। ਇਸ ਕਰਕੇ ਆਪਾਂ ਐਗਜ਼ਾਮ ਦੇ ਨੇੜੇ ਦੀਆਂ ਕਲਾਸਿਸ ਜਿਹੜੀਆਂ ਹੈ ਉਹ ਦਵਾਂਗੇ। ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਕੌਣ ਨੇ ਜੀ? ਓਪੀ ਸੋਨੀ। ਠੀਕ ਹੈ, ਪਹਿਲਾਂ ਕੌਣ ਸੀ? ਬਲਵੀਰ ਸਿੰਘ ਸਿੱਧੂ, ਜਿਨ੍ਹਾਂ ਨੂੰ ਬਾਹਰ ਹੀ ਕੱਢ ਦਿੱਤਾ ਗਿਆ। ਠੀਕ ਹੈ, ਤਾਂ ਓਪੀ ਸੋਨੀ। ਤਾਂ ਓਪੀ ਸੋਨੀ ਜਿਹੜੇ ਹੈਗੇ ਨੇ ਉਹ ਉਪ ਮੁੱਖ ਮੰਤਰੀ ਵੀ ਨੇ ਪੰਜਾਬ ਦੇ। ਠੀਕ ਹੈ, ਤਾਂ ਇਹਨਾਂ ਨੂੰ ਹੀ ਜਿਹੜਾ ਹੈਗਾ ਹੈਲਥ ਮਿਨਿਸਟਰ ਵੀ ਬਣਾਇਆ ਗਿਆ। ਨੈਕਸਟ ਹੈ ਜੀ ਆਪਣੇ ਕੋਲ ਨੈਸ਼ਨਲ ਅਡੋਲੋਸੈਂਟ ਹੈਲਥ ਪ੍ਰੋਗਰਾਮ। ਤਾਂ ਕਿਹੜਾ ਪ੍ਰੋਗਰਾਮ ਜਿਹੜਾ ਹੈਗਾ ਉਹ ਨੈਸ਼ਨਲ ਅਡੋਲੋਸੈਂਟ ਹੈਲਥ ਪ੍ਰੋਗਰਾਮ, ਮਤਲਬ ਇੱਕ ਨਾਮ ਹੈ ਵੀ ਨੈਸ਼ਨਲ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ਕਿਹੜਾ? ਠੀਕ ਹੈ, ਤਾਂ ਰਾਸ਼ਟਰੀ ਸਿਹਤ ਪ੍ਰੋਗਰਾਮ ਇੱਥੋਂ ਹੀ ਦੇਖ ਲਓ, ਰਾਸ਼ਟਰੀ ਬਾਲ ਸਵਸਥਾ ਕਾਰਜਕ੍ਰਮ। ਠੀਕ ਹੈ, ਰਾਸ਼ਟਰੀ ਕਿਸ਼ੋਰ ਸਵਸਥਾ ਕਾਰਜਕ੍ਰਮ, ਤਾਂ ਕਿਸ਼ੋਰ ਦੀ ਟਰਮ ਵਿੱਚ ਯੂਜ਼ ਕੀਤੀ ਗਈ ਹੈ, ਤਾਂ ਪਹਿਲੀ ਗੱਲ ਤਾਂ ਇਹ ਪ੍ਰੋਗਰਾਮ ਹੋਊਗਾ ਸਾਡਾ ਇਹੀ। ਇਸ ਪ੍ਰੋਗਰਾਮ ਨੂੰ ਆਖਦੇ ਨੇ RKSK। ਠੀਕ ਹੈ, RKSK ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਦੁਆਰਾ ਇਹਨੂੰ ਵੀ ਲਾਂਚ ਕੀਤਾ ਗਿਆ ਸੀ। ਸੈਂਟਰ ਦੇ ਵਿੱਚ ਜੋ ਮਿਨਿਸਟਰ ਨੇ ਹੈਲਥ ਦੇ ਉਹ ਕੌਣ ਨੇ? ਮਨਸੁਖ ਮੰਡਾਵੀਆ। ਠੀਕ ਹੈ, ਏਜ ਗਰੁੱਪ ਜਿਹੜਾ ਇਹਦੇ ਚ ਰੱਖਿਆ ਗਿਆ ਸੀਗਾ 10 ਤੋਂ ਲੈ ਕੇ 19 ਸਾਲ ਦੇ ਕਿਸ਼ੋਰਾਂ ਨੂੰ ਟਾਰਗੇਟ ਕੀਤਾ ਗਿਆ ਸੀ। 2014 ਦੇ ਵਿੱਚ ਇਹ ਸਕੀਮ ਲਾਂਚ ਕੀਤੀ ਗਈ ਸੀਗੀ। ਤੇ ਨਾਲ ਹੀ ਜਿਹੜਾ ਹੈ ਇਹਦੇ ਚ ਜੋ ਮੇਨ ਟਾਰਗੇਟ ਰੱਖੇ ਗਏ ਉਹ 3 ਉਦੇਸ਼ ਇਹਦੇ ਚ ਰੱਖੇ ਗਏ ਸੀ। ਪਹਿਲਾ ਸੀਗਾ ਇੰਪਰੂਵ ਕਰਨਾ ਨਿਊਟ੍ਰੀਸ਼ਨ ਨੂੰ, ਪੋਸ਼ਣ ਦੇ ਵਿੱਚ ਸੋਧ ਕਰਨਾ। ਦੂਜਾ ਬੱਚਿਆਂ ਦੀ ਜਿਹੜੀ ਇੰਪਰੂਵ ਕਰਨੀ ਸੈਕਸ਼ੂਅਲ ਐਂਡ ਰੀਪਰੋਡਕਟਿਵ ਹੈਲਥ, ਅਡੋਲੋਸੈਂਟ ਦੀ ਰੀਪਰੋਡਕਟਿਵ ਹੈਲਥ ਜੋ ਜਨਨ ਸਿਹਤ ਸੁਧਾਰ ਹੈਗਾ ਉਹ ਕਰਨਾ, ਤੇ ਮਾਨਸਿਕ ਜੋ ਸਿਹਤ ਹੈਗੀ ਉਹਦੇ ਚ ਸੁਧਾਰ ਕਰਨਾ। ਇਹ ਮੇਨ ਟਾਰਗੇਟ ਰੱਖੇ ਗਏ ਸੀਗੇ RKSK ਦੇ ਅੰਡਰ। ਬਾਕੀ ਜੋ ਦਿੱਤੀਆਂ ਨੇ ਸਕੀਮਾਂ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿੰਦੀ ਆ। ਰਾਸ਼ਟਰੀ ਬਾਲ ਸਵਸਥਾ ਕਾਰਜਕ੍ਰਮ ਦੀ ਗੱਲ ਕਰਦੇ ਆ ਤਾਂ 2013 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਇਹ ਪ੍ਰੋਗਰਾਮ। ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਇਹਦਾ ਮੇਨ ਟਾਰਗੇਟ ਸੀਗਾ। ਇਹਦਾ ਜਿਹੜਾ ਮੇਨ ਆਬਜੈਕਟਿਵ ਰੱਖਿਆ ਗਿਆ ਸੀ ਬੇਟਾ, ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਕਿਸੇ MCQ ਡਿਸਕਸ਼ਨ ਦੇ ਵਿੱਚ ਕਰਾ ਚੁੱਕੀ ਹਾਂ ਕਿ 4 Ds ਨੂੰ ਡਿਟੈਕਟ ਕਰਨਾ, ਜਾਣੀ ਕਿ ਜਿਹੜੀਆਂ 4D ਨੇ ਉਹ ਕਿਹੜੀਆਂ ਨੇ? ਡਿਫੈਂਸਿਸ ਹੋ ਗਈਆਂ, ਜਿਵੇਂ ਬੱਚਿਆਂ ਦੇ ਵਿੱਚ ਕੋਈ ਕਮੀ ਨੇ, ਵਾਈਟਡ ਸਪੌਟ ਕਿਉਂ ਆ ਰਹੇ ਹੈਗੇ ਆ, ਰਿਕਟ ਵਿਟਾਮਿਨ ਡੀ ਦੀ ਕਮੀ ਆ, ਵਿਟਾਮਿਨ ਏ ਦੀ ਕਮੀ ਆ, ਜਾਂ ਆਇਓਡੀਨ ਦੀ ਕਮੀ ਆ। ਤਾਂ ਡਿਫੈਂਸਿਸ ਜਿਹੜੀਆਂ ਕਮੀਆਂ ਨੇ ਉਹਨਾਂ ਦੀ ਪਛਾਣ ਕਰਨਾ। D1 ਦਾ ਮਤਲਬ ਕੀ ਹੈਗਾ? ਕਮੀਆਂ ਜੋ ਉਹਨਾਂ ਦੇ ਵਿੱਚ ਘੱਟ ਆ। 1D ਦਾ ਮਤਲਬ ਇੱਥੇ ਹੈਗਾ ਜੀ ਡਿਫੈਕਟ ਇਨ ਬਰਥ, ਜਦੋਂ ਬੱਚਾ ਜੰਮਦਾ ਤਾਂ ਜੇ ਉਹ ਕਿਸੇ ਡੀਫਾਰਮਿਟੀ ਜਾਂ ਡਿਫੈਕਟ ਦੇ ਨਾਲ ਜੰਮਦਾ, ਜਿਵੇਂ ਕਲਿਫਟ ਲੇਪਾ, ਬੁੱਲ ਦੇ ਵਿੱਚ ਫਟਿਆ ਹੁੰਦਾ ਬੁੱਲ ਹਨਾ, ਡਾਊਨ ਸਿੰਡਰੋਮ ਆ ਜਿਹੜੀ ਕਿ ਇੱਕ ਕ੍ਰੋਮੋਸੋਮਲ ਡਿਸਆਰਡਰ ਆ, ਜਾਂ ਕੰਜੈਨੀਟਲ ਕੋਈ ਵੀ ਕੰਜੈਨੀਟਲ ਡੀਫਾਰਮਿਟੀ ਹੈਗੀ ਆ, ਤਾਂ ਉਹ ਜਿਹੜੀ ਹੈ ਕੰਜੈਨੀਟਲ ਡੀਫਾਰਮਿਟੀ ਜਾਂ ਕੋਈ ਵੀ ਡਿਫੈਕਟ ਜੋ ਜਨਮ ਦੇ ਸਮੇਂ ਹੈਗਾ ਉਹਨਾਂ ਦੀ ਪਛਾਣ ਕਰਨਾ। 1D ਦਾ ਇੱਥੇ ਮਤਲਬ ਹੈ ਜੀ ਜਿਵੇਂ ਡਿਸੀਜ਼ਸ ਹੋ ਗਈਆਂ ਚਾਈਲਡ ਦੇ ਸਮੇਂ, ਚਾਈਲਡਹੁੱਡ ਦੀਆਂ ਜੋ ਡਿਸੀਜ਼ਸ ਨੇ, ਜਿਵੇਂ ਆਪਾਂ ਕਹਿਤਾ ਓਟਾਈਸਿਸ ਮੀਡੀਆ ਕੰਨ ਦੇ ਨਾਲ ਰਿਲੇਟਡ ਪ੍ਰੋਬਲਮ ਆ ਜਿਹੜੀ ਮੈਂ ਤੁਹਾਨੂੰ ਕਰਾ ਚੁੱਕੀ ਆ। ਸਕਿਨ ਕੰਡੀਸ਼ਨਸ ਹੋ ਗਈਆਂ ਹਨਾ, ਐਬਸਿਸ ਜਾਂ ਹੋਰ ਕਾਫੀ ਸਾਰੀਆਂ ਜਿਹੜੀਆਂ ਸਕਿਨ ਦੀਆਂ ਪ੍ਰੋਬਲਮ ਵੀ ਮੈਂ ਤੁਹਾਨੂੰ ਦੱਸ ਚੁੱਕੀ ਆ। ਤਾਂ ਕੋਈ ਉਸ ਤਰੀਕੇ ਦੀ ਡਿਸੀਜ਼ਸ ਤਾਂ ਨਹੀਂ। ਜਾਂ ਇੱਕ ਜਿਹੜੀ ਚੌਥੀ ਡੀ ਆਪਣੇ ਕੋਲ ਹੈ ਉਹ ਹੈ ਡਿਵੈਲਪਮੈਂਟਲ ਡਿਲੇ। ਇੱਕ ਬੱਚਾ ਜਿਹੜਾ ਹੈਗਾ ਉਹ ਵਿਕਾਸ ਦੇਰੀ ਦੇ ਨਾਲ ਕਰ ਰਿਹਾ। ਡਿਵੈਲਪਮੈਂਟਲ ਡਿਲੇ ਦਾ ਮਤਲਬ ਹੈਗਾ ਇੱਕ ਬੱਚਾ ਵਿਕਾਸ ਦੇਰੀ ਨਾਲ ਕਰ ਰਿਹਾ। ਵਿਕਾਸ ਦੇਰੀ ਨਾਲ ਕਿਉਂ ਕਰ ਰਿਹਾ? ਹੋ ਸਕਦਾ ਉਹਨੂੰ ADHD ਹੋਵੇ, ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਜੋ ਤੁਹਾਡੀ ਕਲਾਸ ਦੇ ਵਿੱਚ ਸਭ ਕੁਝ ਹੋ ਚੁੱਕਿਆ।
ऑटिज्म ਤਾਂ नहीं, ਉਹਨੂੰ ऑटिज्म ਕਿਹਦੇ ਨਾਲ ਰਿਲੇਟਡ ਹੈਗੀ ਆ, ਕਮਿਊਨੀਕੇਸ਼ਨ ਨਹੀਂ ਕਰ ਪਾਉਂਦਾ ਇੱਕ ਬੱਚਾ, ਠੀਕ ਹੈ, ਜਾਂ ਲਰਨਿੰਗ ਡਿਸਆਰਡਰ ਤਾਂ ਨਹੀਂ, ਕੋਈ ਵਿਜ਼ਨ ਨੂੰ ਲੈ ਕੇ, ਸੁਣਨ ਦੇ ਨਾਲ ਲੈ ਕੇ, ਜਾਂ ਕਿਸੇ ਵੀ ਤਰੀਕੇ ਦਾ ਜੋ ਉਹਨੂੰ ਡਿਵੈਲਪਮੈਂਟ ਦੇ ਵਿੱਚ ਬੱਚੇ ਦੇ ਰੁਕਾਵਟ ਮੰਨ ਲਈ ਸਮੱਸਿਆ ਹੈਗੀ ਆ, ਤਾਂ ਉਹ ਇਹਨਾਂ 4 ਡੀ ਦੀ ਜਾਨੀ ਕਿ ਡੈਫੀਸ਼ੀਐਂਸੀਜ਼ ਨੂੰ, ਡਿਸੀਜ਼ਸ ਨੂੰ, ਡਿਫੈਕਟਸ ਨੂੰ ਤੇ ਡਿਵੈਲਪਮੈਂਟ ਡਿਲੇਜ਼ ਦੀ ਪਛਾਣ ਕਰਕੇ ਉਹਨਾਂ ਬੱਚਿਆਂ ਦੇ ਵਿੱਚ ਸੁਧਾਰ ਕਰਨਾ ਮੇਨ ਟਾਰਗੇਟ ਰਿਹਾ ਜੀ ਸਾਡੇ ਰਾਸ਼ਟਰੀ ਬਾਲ ਸਵਸਥਿਆ ਕਾਰਜਕ੍ਰਮ ਦਾ। ਨੈਕਸਟ ਹੈ ਜੀ ਆਪਣੇ ਕੋਲ ਇੱਕ ਹੋਰ ਪ੍ਰੋਗਰਾਮ ਇੱਥੇ ਦਿੱਤਾ ਹੋਇਆ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ। ਤਾਂ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਹੈ ਜਿਹੜਾ ਇਹ 2011 ਦੇ ਵਿੱਚ ਅਨਾਉਂਸ ਕੀਤਾ ਗਿਆ ਸੀਗਾ ਹਰਿਆਣਾ ਦੇ ਮੇਵਾਤ ਏਰੀਆ ਦੇ ਵਿੱਚ, ਤੇ ਇਹ ਜਿਹੜਾ ਹੈ NHRM ਯਾਨੀ ਕਿ ਮਿਨਿਸਟਰੀ ਆਫ ਹੈਲਥ ਐਂਡ ਰੂਰਲ ਮਿਸ਼ਨ ਦੇ ਅੰਡਰ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ, ਤੇ ਕੋਲੈਬੋਰੇਸ਼ਨ ਕਿਹੜੀ ਮਿਨਿਸਟਰੀ ਦੇ ਅੰਡਰ ਹੈ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਡਰ। ਇਹਦੇ ਚ ਜਿਹੜੇ ਨਿਊਨੇਟ ਹੁੰਦੇ ਆ, ਨਿਊਨੇਟ ਕਿਹੜੇ ਨੇ ਜੀ, ਨਿਊਨੇਟ ਮਤਲਬ ਸ਼ਿਸ਼ੂ, ਨਵ ਜਨਮਿਆ ਬੱਚਾ। ਤਾਂ ਨਿਊਨੇਟ ਨੂੰ ਤੇ ਜਿਹੜੀ ਪ੍ਰੈਗਨੈਂਟ ਜਾਂ ਆਪਾਂ ਕਹੀਏ ਜਿਹੜੀ ਫੀਮੇਲ ਨੇ ਬੱਚੇ ਨੂੰ ਜਨਮ ਦਿੱਤਾ ਹੈਗਾ, ਜਾਂ ਜਿਹੜੀ ਫੀਮੇਲ ਪ੍ਰੈਗਨੈਂਟ ਹੈਗੀ ਆ, ਉਹਨਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ, ਉਹਨਾਂ ਨੂੰ ਇੱਕ ਅੱਛੀ ਡਾਈਟ ਪ੍ਰਦਾਨ ਕਰਨਾ, ਉਹਨਾਂ ਨੂੰ ਪਬਲਿਕ ਹੈਲਥ ਇੰਸਟੀਟਿਊਸ਼ਨ ਨੇ ਜਿਹੜੇ PHI ਪਬਲਿਕ ਹੈਲਥ ਇੰਸਟੀਟਿਊਸ਼ਨ ਤੱਕ ਪਹੁੰਚਾਉਣਾ, ਫ੍ਰੀ ਟਰਾਂਸਪੋਰਟ ਪ੍ਰਦਾਨ ਕਰਨੀ। ਆਉਂਦੀਆਂ ਨਾ ਅੱਜ ਕੱਲ੍ਹ ਪ੍ਰੈਗਨੈਂਟ ਵੂਮਨ ਹੈਗੀਆਂ ਜਿਹੜੀਆਂ, ਉਹਨਾਂ ਨੂੰ ਲੈਣ ਦੇ ਲਈ ਸਪੈਸ਼ਲ ਪੰਜਾਬ ਦੇ ਵਿੱਚ ਵੀ ਇਹ ਫੈਸਿਲਿਟੀ ਹੈਗੀ ਆ ਕਿ ਐਂਬੂਲੈਂਸ ਭੇਜੀ ਜਾਂਦੀ ਹੈ ਸਿਵਲ ਹਸਪੀਟਲਸ ਦੇ ਵੱਲੋਂ। ਤਾਂ ਇਹ ਕਿਹੜੀਆਂ ਹੈਗੀਆਂ, ਉਹਨਾਂ ਨੂੰ ਫ੍ਰੀ ਟਰਾਂਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ ਇਸੇ ਪ੍ਰੋਗਰਾਮ ਦੇ ਅੰਡਰ, ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਦੇ ਅੰਡਰ, ਠੀਕ ਹੈ ਜੀ। ਇਸ ਪ੍ਰੋਗਰਾਮ ਦੇ ਅੰਡਰ ਹੀ ਜਿਹੜੇ ਨਵ ਜਨਮੇ ਬਿਮਾਰ ਬੱਚੇ ਹੈਗੇ ਉਹਨਾਂ ਨੂੰ 30 ਦਿਨਾਂ ਦੇ ਲਈ, ਤੇ ਜਿਹੜੀ ਮਟਰਨਿਟੀ ਸਰਵਿਸ ਹੈਗੀ ਆ, ਯਾਨੀ ਕਿ ਇੱਕ ਪ੍ਰੈਗਨੈਂਟ ਔਰਤ ਨੂੰ 42 ਦਿਨਾਂ ਦੇ ਲਈ ਜਿਹੜੀ ਸਰਵਿਸ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਪ੍ਰੋਵਾਈਡ ਕੀਤੀ ਜਾਂਦੀ ਹੈ। ਮੁਫਤ ਡਾਈਟ ਦਿੱਤੀ ਜਾਂਦੀ ਹੈ, ਜੇਕਰ ਨਾਰਮਲ ਡਿਲੀਵਰੀ ਆ ਤਾਂ 3 ਦਿਨ ਦੀ ਮੁਫਤ ਡਾਈਟ ਇਹਦੇ ਵਿੱਚ ਦਿੱਤੀ ਜਾਂਦੀ ਹੈ। ਜੇ ਸਰਜਰੀਅਨ ਆ, ਵੱਡਾ ਆਪਰੇਸ਼ਨ ਆ, ਤਾਂ ਉਸ ਕੇਸ ਦੇ ਵਿੱਚ 7 ਦਿਨ ਦੀ ਜਿਹੜੀ ਡਾਈਟ ਹੈਗੀ ਆ ਡਿਲੀਵਰੀ ਦੇ ਲਈ ਦੌਰਾਨ, ਠੀਕ ਹੈ, ਜਦੋਂ ਔਰਤ ਐਡਮਿਟ ਆ ਹਸਪੀਟਲ ਦੇ ਵਿੱਚ ਤਾਂ ਉਹਨੂੰ ਡਾਈਟ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਮੁਫਤ ਦਵਾਈਆਂ, ਮੁਫਤ ਡਾਈਟ, ਮੁਫਤ ਖੂਨ ਤੇ ਡਾਇਗਨੋਸਟਿਕ ਯਾਨੀ ਕਿ ਜੇ ਕੋਈ ਟੈਸਟ ਵਗੈਰਾ ਕਰਨੇ ਨੇ ਉਹ ਵੀ ਇਸ ਸਰਵਿਸ ਦੇ ਅੰਡਰ, ਇਸ ਪ੍ਰੋਗਰਾਮ ਦੇ ਅੰਡਰ ਮੁਫਤ ਪ੍ਰੋਵਾਈਡ ਕੀਤੇ ਜਾਂਦੇ ਆ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਦੇ ਅੰਡਰ। ਇੱਕ ਪ੍ਰੋਗਰਾਮ ਹੈਗਾ ਮਿਸ਼ਨ ਇੰਦਰਧਨੁਸ਼, ਇਹ ਤੁਹਾਨੂੰ ਸਭ ਨੂੰ ਕਲੀਅਰ ਹੋਊਗਾ, ਮੈਂ ਕਾਫੀ ਕਲਾਸਿਸ ਦੇ ਵਿੱਚ ਰਿਪੀਟ ਕਰ ਚੁੱਕੀ ਹਾਂ। ਇਹਨੂੰ JP ਨੱਡਾ ਨੇ, ਜਿਹੜਾ ਕਿ ਉਸ ਟਾਈਮ ਤੇ ਹੈਲਥ ਮਿਨਿਸਟਰ ਸੀ, 2014 ਦੇ ਵਿੱਚ ਉਹਨੇ ਇਸ ਨੂੰ ਅਨਾਉਂਸ ਕੀਤਾ ਸੀਗਾ, ਤੇ ਇਹ ਗਰਭਵਤੀ ਔਰਤਾਂ ਨੂੰ ਤੇ ਬੱਚਿਆਂ ਨੂੰ ਟੀਕਾਕਰਨ ਕਰਨ ਦੇ ਲਈ ਇਹ ਪ੍ਰੋਗਰਾਮ ਸੀਗਾ ਜਿਹੜਾ ਇਹ ਲਾਂਚ ਕੀਤਾ ਗਿਆ ਸੀ, ਠੀਕ ਹੈ ਜੀ। ਜਿਹਦੇ ਚ ਬੇਸਿਕਲੀ 7 ਮੇਨ ਬਿਮਾਰੀਆਂ ਜਿਹਦਾ ਟੀਕਾਕਰਨ ਕੀਤਾ ਜਾਣਾ ਸੀ, ਡਿਪਥੀਰੀਆ, ਪਰਟਿਊਟਸ, ਟੈਟਨਸ, TB, ਪੋਲੀਓ, ਹੈਪੇਟਾਈਟਸ ਤੇ ਮੀਜ਼ਲ, ਠੀਕ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਇੰਡੀਆ ਸਟਾਰਟਡ ਨੈਸ਼ਨਲ ਪ੍ਰੋਗਰਾਮ ਫॉर ਫੈਮਿਲੀ ਪਲੈਨਿੰਗ, ਠੀਕ ਹੈ। ਤਾਂ ਇੰਡੀਆ ਉਹਨਾਂ ਮਹਾਨ ਦੇਸ਼ਾਂ ਦੇ ਵਿੱਚੋਂ ਆ ਜਿਹੜਾ ਕਿ ਜਿਹਨੇ ਕਿ ਸਭ ਤੋਂ ਪਹਿਲਾਂ, ਠੀਕ ਹੈ, ਸਭ ਤੋਂ ਪਹਿਲਾਂ ਪਰਿਵਾਰ ਨਿਯੋਜਨ ਯੋਜਨਾ, ਠੀਕ ਹੈ, ਯਾਨੀ ਕਿ ਫੈਮਿਲੀ ਪਲੈਨਿੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਇਨੀਸ਼ੀਏਟਿਵ ਲਿਆ ਸੀਗਾ 1952 ਈਸਵੀ ਦੇ ਵਿੱਚ। ਤਾਂ ਭਾਰਤ ਸੰਸਾਰ ਦੇ ਵਿੱਚੋਂ ਪਹਿਲੇ ਦੇਸ਼ਾਂ ਦੇ ਵਿੱਚ ਸ਼ਾਮਲ ਆ ਜਿਨ੍ਹਾਂ ਨੇ ਫੈਮਿਲੀ ਪਲੈਨਿੰਗ ਨੂੰ ਸ਼ੁਰੂ ਕੀਤਾ ਸੀ, ਠੀਕ ਹੈ ਜੀ। 2016 ਦੇ ਵਿੱਚ ਇਸੇ ਪ੍ਰੋਗਰਾਮ ਦੇ ਅੰਡਰ ਹੀ ਭਾਰਤ ਦੇ ਵਿੱਚ ਨੈਸ਼ਨਲ ਪਰਿਵਾਰ ਵਿਕਾਸ ਜਿਹੜਾ ਹੈਗਾ ਉਹਨੂੰ ਵੀ ਲਾਂਚ ਕੀਤਾ ਗਿਆ। ਤਾਂ ਕਿਹੜੇ ਪ੍ਰੋਗਰਾਮ ਜਿਹੜੇ ਹੈਗੇ ਨੇ ਇਹਦੇ ਅੰਡਰ ਲਾਂਚ ਕੀਤੇ ਗਏ ਨੇ, ਜੇ ਆਪਾਂ ਉਸ ਚੀਜ਼ ਨੂੰ ਧਿਆਨ ਦੇ ਨਾਲ ਦੇਖੀਏ ਤਾਂ ਆਪਣੇ ਕੋਲ ਜਿਹੜੇ ਪ੍ਰੋਗਰਾਮ ਲਾਂਚ ਕੀਤਾ ਗਿਆ 2016 ਦੇ ਵਿੱਚ ਮਿਸ਼ਨ ਪਰਿਵਾਰ ਵਿਕਾਸ, ਠੀਕ ਹੈ ਜੀ, ਮਿਸ਼ਨ ਪਰਿਵਾਰ ਵਿਕਾਸ ਯਾਨੀ ਕਿ ਫੈਮਿਲੀ ਡਿਵੈਲਪਮੈਂਟ 2016 ਦੇ ਵਿੱਚ ਇਸੇ ਪ੍ਰੋਗਰਾਮ ਦੇ ਅੰਡਰ ਲਾਂਚ ਕੀਤਾ ਗਿਆ। ਉਦੇਸ਼ ਇਹਦਾ ਸਿਰਫ, ਇਸ ਪ੍ਰੋਗਰਾਮ ਦੀ ਗੱਲ ਕਰਦੇ ਆ ਤਾਂ ਉਦੇਸ਼ ਸਿਰਫ ਪੋਪੂਲੇਸ਼ਨ ਕੰਟਰੋਲ ਨਹੀਂ ਹੈਗਾ, ਬਲਕਿ ਜਿਹੜੀ ਰੀਪਰੋਡਕਟਿਵ ਹੈਲਥ ਹੈਗੀ ਆ, ਯਾਨੀ ਜੋ ਜਨਨ ਦੇ ਨਾਲ ਰਿਲੇਟਡ ਹੈਗੀ ਆ, ਬੱਚੇ ਪੈਦਾ ਕਰਨ ਦੇ ਨਾਲ ਰਿਲੇਟਡ ਜੋ ਸਾਡੀ ਹੈਲਥ ਹੈਗੀ ਉਹਨੂੰ ਪ੍ਰਮੋਟ ਕਰਨਾ। ਮਟਰਨਲ ਯਾਨੀ ਕਿ ਜਿਹੜੀ ਔਰਤ ਗਰਭਵਤੀ ਹੈਗੀ ਉਹਦੇ ਦੌਰਾਨ ਜੋ ਉਹਨੂੰ ਕੇਅਰ ਚਾਹੀਦੀ ਹੈਗੀ ਆ, ਇੱਕ ਇਨਫੈਂਟ ਨੂੰ, ਸ਼ਿਸ਼ੂ ਨੂੰ ਜੋ ਕੇਅਰ ਚਾਹੀਦੀ ਹੈਗੀ ਆ, ਤੇ ਜੋ ਚਾਈਲਡ ਮੋਰਟੈਲਿਟੀ ਹੈਗੀ ਆ ਯਾਨੀ ਕਿ ਇੱਕ ਬੱਚੇ ਜੋ ਜਨਮ ਦੇ ਸਮੇਂ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਉਸਨੂੰ ਘੱਟ ਕਰਨਾ ਇਸ ਪ੍ਰੋਗਰਾਮ ਦੇ ਮੇਨ ਟਾਰਗੇਟ ਸੀ। ਨੈਕਸਟ ਆ ਜੀ NPSE, ਠੀਕ ਹੈ ਜੀ। ਇਹ ਨਾ ਬੇਟਾ ਬਹੁਤ ਹੀ ਇੰਪੋਰਟੈਂਟ ਆ, ਮਿਡ ਡੇ ਮੀਲ, ਇਹ ਤੁਹਾਨੂੰ ਮੈਂ ਨੈਕਸਟ ਕਲਾਸ ਦੇ ਵਿੱਚ ਵੀ ਸ਼ਾਇਦ ਨਾ ਪਹਿਲਾਂ ਡਿਸਕਸ ਨਹੀਂ ਕੀਤਾ, ਆਈ ਥਿੰਕ ਇਹਦੇ ਨਾਲ ਰਿਲੇਟਡ। ਚਲੋ ਤਾਂ ਦੇਖੋ ਜਿਹੜਾ NSPE ਆ,
ਤਾਂ ਜਿਹੜਾ NPNSP ਪ੍ਰੋਗਰਾਮ ਹੈ ਇਹ ਕਿਹੜਾ ਪ੍ਰੋਗਰਾਮ ਹੈਗਾ, ਇਹ ਹੈਗਾ ਮਿਡ ਡੇ ਮੀਲ ਪ੍ਰੋਗਰਾਮ। ਠੀਕ ਹੈ ਜੀ, ਤਾਂ ਇਹਦਾ ਮੇਨ ਪ੍ਰੋਗਰਾਮ ਕਾਫੀ ਇੰਪੋਰਟੈਂਟ ਇਹ ਪ੍ਰੋਗਰਾਮ ਆ NPNSPE ਕਿਹੜਾ ਪ੍ਰੋਗਰਾਮ ਆ, ਮਿਡ ਡੇ ਮੀਲ ਪ੍ਰੋਗਰਾਮ। ਠੀਕ ਹੈ, ਤਾਂ ਮਿਡ ਡੇ ਮੀਲ ਪ੍ਰੋਗਰਾਮ ਆ ਜਿਹੜਾ ਇਹ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਤਾਂ 1960 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਕਰਮਰਾਜ ਨੇ ਤਾਮਿਲਨਾਡੂ ਦੇ ਵਿੱਚ। ਬਟ ਅਸੀਂ 1960 ਵਾਲਾ 65 ਵਾਲਾ ਬਹੁਤ ਵਾਰ ਲਾਂਚ ਹੋਇਆ, ਉਹਨੂੰ ਅਸੀਂ ਗੱਲ ਨਹੀਂ ਕਰਾਂਗੇ। ਠੀਕ ਹੈ ਜੀ, ਉਸ ਤੋਂ ਪਹਿਲਾਂ 1925 ਦੇ ਵਿੱਚ ਵੀ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ। ਬਟ ਜਿਹੜਾ ਅਸਲ ਦੇ ਵਿੱਚ ਇਹ ਪ੍ਰੋਗਰਾਮ ਹੈਗਾ NPNSP, ਨਾ ਤੁਸੀਂ 1960 ਵਾਲਾ ਯਾਦ ਰੱਖਣਾ, ਨਾ ਤੁਸੀਂ 1925 ਵਾਲਾ ਯਾਦ ਰੱਖਣਾ, ਨਾ ਤੁਸੀਂ 1965 ਵਾਲਾ ਯਾਦ ਰੱਖਣਾ। ਤੁਸੀਂ ਜਿਹੜਾ ਇਹ ਚੋਂ ਪ੍ਰੋਗਰਾਮ ਯਾਦ ਰੱਖਣਾ ਹੈਗਾ ਉਹ ਹੈਗਾ 1995 ਵਾਲਾ। ਅਸਲ ਦੇ ਵਿੱਚ 15 ਅਗਸਤ 1995 ਨੂੰ ਸਰਕਾਰ ਸੀਗੀ ਜਿਹੜੀ ਭਾਰਤ ਸਰਕਾਰ ਸੀ, ਠੀਕ ਹੈ, ਭਾਰਤ ਸਰਕਾਰ ਨੇ ਮਿਡ ਡੇ ਮੀਲ ਪ੍ਰੋਗਰਾਮ ਲਾਂਚ ਕੀਤਾ ਸੀਗਾ। ਠੀਕ ਹੈ, ਤੇ ਇਸ ਪ੍ਰੋਗਰਾਮ ਦਾ ਪੂਰਾ ਨਾਮ ਕੀ ਰੱਖਿਆ ਗਿਆ, NPNSPE। ਠੀਕ ਹੈ ਜੀ, ਤਾਂ ਇਹ ਪ੍ਰੋਗਰਾਮ ਕੀ ਹੋ ਗਿਆ ਆਪਣੇ ਕੋਲ, ਨੈਸ਼ਨਲ ਨਿਊਟ੍ਰੀਸ਼ਨਲ ਪ੍ਰੋਗਰਾਮ। NP ਦਾ ਕੀ ਮਤਲਬ ਆ, ਨੈਸ਼ਨਲ ਨਿਊਟ੍ਰੀਸ਼ਨ ਪ੍ਰੋਗਰਾਮ ਆਫ ਨੈਸ਼ਨਲ ਸਪੋਰਟ ਫॉर ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ ਜੀ, ਪ੍ਰਾਇਮਰੀ ਐਜੂਕੇਸ਼ਨ ਦੇ ਲਈ। ਹੁਣ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਆ, ਠੀਕ ਹੈ, ਮੈਂ ਇਹਨੂੰ ਇਸ ਕੁਐਸਚਨ ਨੂੰ ਕਿਉਂ ਐਡ ਕੀਤਾ, ਕਿਉਂਕਿ ਜਿਹੜਾ ਮਿਡ ਡੇ ਮੀਲ ਪ੍ਰੋਗਰਾਮ ਹੈ ਬੇਟਾ, ਇਸ ਪ੍ਰੋਗਰਾਮ ਦਾ ਨਾਮ ਇਹ ਕਰੰਟ ਅਫੇਅਰ ਦੇ ਵਿੱਚ ਵੀ ਤੁਹਾਨੂੰ ਜਲਦੀ ਕਰਾਇਆ ਜਾਊਗਾ ਸਪਟੈਂਬਰ ਜਾਂ ਇਹਦੇ ਇਸ ਦੌਰਾਨ ਜਿਹੜਾ ਹੈ ਇਹਦੇ ਚ ਚੇਂਜਸ ਆਈਆਂ ਨੇ। ਤਾਂ ਮਿਡ ਡੇ ਮੀਲ ਪ੍ਰੋਗਰਾਮ ਦਾ ਨਾਮ ਬਦਲ ਕੇ, ਮਤਲਬ ਬਦਲਿਆ ਨਹੀਂ ਹੈ, ਇਹਦਾ ਇੱਕ ਹੋਰ ਇੱਕ ਨਾਮ ਐਡ ਕਰ ਦਿੱਤਾ ਗਿਆ ਹੈ PM ਪੋਸ਼ਣ ਪ੍ਰੋਗਰਾਮ। ਠੀਕ ਹੈ ਜੀ, ਤਾਂ ਮਿਡ ਡੇ ਮੀਲ ਦਾ ਨਾਮ PM ਪੋਸ਼ਣ ਪ੍ਰੋਗਰਾਮ ਰੱਖ ਦਿੱਤਾ ਹੈ ਸਾਡੇ PM ਨੇ। ਠੀਕ ਹੈ, ਦੇਖੋ ਇਹਦੇ ਚ 2020 ਦੀ ਪਾਲਿਸੀ ਜਿਹੜੇ ਬੱਚਿਆਂ ਨੇ ਕੀਤੀ ਹੋਊਗੀ ਬੇਟਾ, ਜੇ ਨਹੀਂ ਵੀ ਕੀਤੀ ਤਾਂ ਜ਼ਰੂਰ ਕਰੋ। ਠੀਕ ਹੈ, ਜਿਹੜੇ ਬੱਚੇ ਕੋਰਸ ਦੇ ਵਿੱਚ ਨੇ ਉਹਨਾਂ ਨੂੰ ਅਲੱਗ ਅਪਲੋਡ ਕੀਤੀ ਗਈ ਆ। ਬੇਸ਼ੱਕ ਇਹ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਨਹੀਂ ਹੈਗੀ ਨੈਸ਼ਨਲ ਐਜੂਕੇਸ਼ਨ ਪਾਲਿਸੀ, ਬਟ ਡੈਫੀਨੇਟਲੀ ਕਿਉਂਕਿ ਇਸ ਪਾਲਿਸੀ ਦੇ ਵਿੱਚ 6 ਸਾਲ ਤੱਕ ਦੇ ਬੱਚੇ ਲਈ ਬੜੀਆਂ ਅੱਛੀਆਂ ਪ੍ਰੋਵੀਜ਼ਨ ਰੱਖੀਆਂ ਗਈਆਂ, ਤਾਂ ਕੁਐਸਚਨ ਪੁੱਛੇ ਜਾਣ ਦੀ ਸੰਭਾਵਨਾ ਹੋ ਜਾਂਦੀ ਹੈ। ਤੇ ਇਸ ਪ੍ਰੋਗਰਾਮ ਦਾ ਨਾਮ PM ਪੋਸ਼ਣ ਪ੍ਰੋਗਰਾਮ ਰੱਖਿਆ ਗਿਆ। ਇਹਦੇ ਚ ਨਾ ਮੇਨ ਜਿਹੜੀ ਗੱਲ ਆਖੀ ਗਈ ਆ, ਕਿਉਂਕਿ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਦੇ ਵਿੱਚ ਆਖਿਆ ਗਿਆ ਸੀਗਾ ਕਿ ਪ੍ਰੀ ਸਕੂਲ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਮਿਡ ਡੇ ਮੀਲ ਪ੍ਰੋਗਰਾਮ ਦੇ ਅੰਡਰ, ਤਾਂ ਉਹੀ ਇੱਥੇ ਕੀਤਾ ਗਿਆ ਜੀ। ਇਹਦੇ ਵਿੱਚ ਬਾਲ ਵਾਟਕਾ ਤੋਂ ਲੈ ਕੇ, ਠੀਕ ਹੈ, ਬਾਲ ਵਾਟਕਾ ਤੋਂ ਲੈ ਕੇ ਪ੍ਰਾਇਮਰੀ ਸਕੂਲਾਂ ਦੇ ਲਈ ਵੀ, ਪ੍ਰਾਇਮਰੀ ਸਕੂਲਾਂ 'ਚ ਪਹਿਲਾਂ ਹੀ ਪੋਸ਼ਣ ਪ੍ਰੋਵਾਈਡ ਕੀਤਾ ਜਾ ਰਿਹਾ, ਤੇ ਇਹਦੇ 'ਚ ਬਾਲ ਵਾਟਿਕਾ ਯਾਨੀ ਕਿ ਆਂਗਨਵਾੜੀਆਂ ਦੇ ਵਿੱਚ ਵੀ ਬੱਚਿਆਂ ਨੂੰ ਜਿਹੜਾ ਹੈ ਮਿਡ ਡੇ ਮੀਲ ਪ੍ਰੋਗਰਾਮ ਪ੍ਰੋਵਾਈਡ ਕੀਤਾ ਜਾਊਗਾ। ਠੀਕ ਹੈ ਜੀ, ਹੋਰ ਜਿਹੜੇ ਮੇਨ ਨੇ ਇਹ ਕੋਰਸ ਦੇ ਵਿੱਚ ਮੈਂ ਤੁਹਾਨੂੰ ਸੈਂਡ ਕਰ ਦਿੱਤਾ ਸੀਗਾ, ਤਾਂ ਹੋਰ ਜਿਹੜੇ ਮੇਨ ਪ੍ਰੋਵੀਜ਼ਨ ਸੀਗਾ ਇਹਦੇ ਇਸ ਯੋਜਨਾ ਦੇ ਲਈ 5 ਸਾਲਾਂ ਦੇ ਲਈ, ਯਾਨੀ ਕਿ ਹੁਣ 21-22 ਚੱਲ ਰਿਹਾ, ਤਾਂ 25-26 ਤੱਕ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਲਈ 1.31 ਲੱਖ ਰੁਪਏ ਜਿਹੜੇ ਹੈਗੇ ਆ ਕਰੋੜ, 1.31 ਲੱਖ ਕਰੋੜ ਰੁਪਏ ਜਿਹੜੇ ਹੈਗੇ ਨੇ ਉਹ ਇਹਦੇ ਸ਼ਾਮਲ ਕੀਤੇ ਜਾਣਗੇ। ਕੇਂਦਰ ਸਰਕਾਰ ਇਸ ਤੋਂ ਬਿਨਾਂ ਵੀ 45,000 ਕਰੋੜ ਰੁਪਈਆ ਜਿਹੜਾ ਹੈਗਾ ਵਾਧੂ ਇਹਦੇ ਉੱਪਰ ਖਰਚ ਕਰੂਗੀ। ਯੋਜਨਾ ਦੇ ਉੱਪਰ ਕੁੱਲ ਕਾਫੀ ਕਰੋੜ, ਕਿਉਂਕਿ ਸਰਕਾਰੀ ਕੰਮਾਂ ਤਾਂ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਖਰਚਾ ਹੋਣਾ। ਠੀਕ ਹੈ, ਤਾਂ ਇਹਦੇ ਨਾਲ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਜਿਹੜੇ 11.20 ਲੱਖ ਸਕੂਲ ਹੈਗੇ ਨੇ ਟੋਟਲ, ਉਹਨਾਂ ਦੇ ਵਿੱਚੋਂ ਜਿਹੜੇ 11.80 ਲੱਖ ਬੱਚੇ ਹੈਗੇ ਨੇ, ਕਰੋੜ ਬੱਚੇ ਹੈਗੇ ਨੇ, ਉਹਨਾਂ ਨੂੰ ਬੈਨੀਫਿਟ ਇਹਦੇ ਰਾਹੀਂ ਪ੍ਰੋਵਾਈਡ ਕੀਤਾ ਜਾਊਗਾ। ਇਸ ਪ੍ਰੋਗਰਾਮ ਦੇ ਅੰਡਰ ਹੀ PM ਪੋਸ਼ਣ ਪ੍ਰੋਗਰਾਮ, ਠੀਕ ਹੈ, PM ਪੋਸ਼ਣ ਪ੍ਰੋਗਰਾਮ ਦੀ ਗੱਲ ਕਰ ਰਹੀ ਹਾਂ, ਤਾਂ PM ਪੋਸ਼ਣ ਪ੍ਰੋਗਰਾਮ ਦਾ ਨਾਮ ਜਿਹੜਾ ਇਸ ਪ੍ਰੋਗਰਾਮ ਦੇ ਅੰਡਰ ਰਸੋਈਏ ਜਾਂ ਖਾਣਾ ਪਕਾਉਣ ਵਾਲੇ ਜਿਹੜੇ ਸਹਾਇਕ ਹੈਗੇ ਆ ਉਹਨਾਂ ਨੂੰ ਵੀ ਭੱਤੇ ਦੇਣ ਦੀ ਜਿਹੜੀ ਹੈਗੀ ਉਹ ਸਕੀਮ ਲਾਂਚ ਕੀਤੀ ਜਾਊਗੀ। ਸੂਬਿਆਂ ਦਾ ਜਿਹੜਾ ਇਹ ਮੇਨ ਕੰਮ ਹੈਗਾ, ਸਟੇਟਾਂ ਦੇ ਉੱਪਰ ਜੋ ਛੱਡਿਆ ਗਿਆ ਉਹ ਇਹ ਆ ਕਿ ਜੇ ਉਹ ਕੋਈ ਵੀ ਸਬਜ਼ੀ ਜਾਂ ਕੋਈ ਵੀ ਪੌਸ਼ਟਿਕ ਭੋਜਨ, ਕੋਈ ਵੀ ਨਿਊਟ੍ਰਿਸ਼ ਫੂਡ ਹੈ ਨਾ, ਜਾਂ ਕੋਈ ਦੁੱਧ ਜਾਂ ਫਲ ਇਹਦੇ ਸ਼ਾਮਲ ਕਰਨਾ ਚਾਹੁੰਦੇ ਆ, ਤਾਂ ਕੇਂਦਰ ਤੋਂ ਮਨਜ਼ੂਰੀ ਲੈ ਕੇ, ਯਾਨੀ ਆਪਦੀ ਮਰਜ਼ੀ ਨਾਲ ਨਹੀਂ, ਕੇਂਦਰ ਤੋਂ ਮਨਜ਼ੂਰੀ ਲੈ ਕੇ ਤੁਸੀਂ ਮਿਡ ਡੇ ਮੀਲ ਪ੍ਰੋਗਰਾਮ ਦੇ ਅੰਡਰ ਲਾਂਚ ਮਤਲਬ ਐਡ ਕਰ ਸਕਦੇ ਹੋ। ਠੀਕ ਹੈ ਜੀ, ਨੈਕਸਟ ਕੁਐਸਚਨ ਆ ਜੀ ਆਪਣੇ ਕੋਲ ਰਾਸ਼ਟਰੀ ਸਵਾਸਥਯ ਬੀਮਾ ਯੋਜਨਾ। ਠੀਕ ਹੈ, ਤਾਂ ਰਾਸ਼ਟਰੀ ਸਵਾਸਥਯ ਬੀਮਾ ਯੋਜਨਾ ਜਿਹੜੀ ਹੈਗੀ ਆ ਉਹ ਇੱਕ ਮੇਨ ਹੈਲਥ ਪ੍ਰੋਗਰਾਮ ਆ ਕਿੰਨਾਂ ਨੂੰ ਫੈਸਿਲਿਟੇਟ ਕਰਨ ਦੇ ਲਈ। ਠੀਕ ਹੈ, ਤਾਂ ਇਹ BPL ਨੂੰ ਯਾਨੀ ਕਿ ਬਿਲੋ ਪਾਵਰਟੀ ਲਾਈਨ ਜਿਹੜੇ ਹੈਗੇ ਨੇ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਜਿਹੜੀ ਫੈਮਿਲੀਜ਼ ਨੇ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਅੰਡਰ ਫੈਸਿਲਿਟੇਟ ਕੀਤਾ ਜਾਣਾ ਸੀ ਰਾਸ਼ਟਰੀ ਸਵਾਸਥਯ ਬੀਮਾ ਯੋਜਨਾ ਦੇ ਅੰਡਰ। 2008 ਦੇ ਵਿੱਚ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ ਸੀਗਾ। ਉਸ ਟਾਈਮ ਤੇ
PM ਸੀਗੇ ਸਾਡੇ ਮਨਮੋਹਨ ਸਿੰਘ, ਠੀਕ ਹੈ ਜੀ। ਤਾਂ ਇਹਦੇ ਚ ਮੈਡੀਕਲ ਕੇਅਰ ਜਿਹੜੀ ਪਰ ਫੈਮਿਲੀ ਪਰ ਈਅਰ, ਠੀਕ ਹੈ, ਪੂਰੇ ਪਰਿਵਾਰ ਨੂੰ ਪਰ ਈਅਰ ਪ੍ਰੋਵਾਈਡ ਕੀਤੀ ਜਾਣੀ ਸੀ ਕਿ 30,000 ਰੁਪਏ। ਤੇ ਇਨ ਪੇਸ਼ੈਂਟ ਜਦੋਂ ਇੱਕ ਬੰਦਾ ਦਾਖਲ ਆ ਨਾ ਬਿਮਾਰੀ ਦੇ ਦੌਰਾਨ ਆ, ਤਾਂ ਉਹਨੂੰ ਉਸ ਦੌਰਾਨ ਜਿਹੜੀ ਹੈਗੀ ਇਨ ਪੇਸ਼ੈਂਟ ਜਿਹੜਾ ਹੈਗਾ 30,000 ਰੁਪਏ ਤੱਕ ਦਾ ਇਲਾਜ ਇਸ ਪ੍ਰੋਗਰਾਮ ਦੇ ਅੰਡਰ ਕੀਤਾ ਜਾਣਾ ਸੀ। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਇਨ ਵਿਚ ਪ੍ਰੀਨੇਟਲ ਪੀਰੀਅਡ ਚਾਈਲਡ ਡਿਵੈਲਪ ਹੋਲਿਸਟਿਕਲੀ ਹੁੰਦਾ ਸੰਪੂਰਨ ਤੌਰ ਤੇ। ਤਾਂ ਇੱਕ ਬੱਚਾ ਸੰਪੂਰਨ ਤੌਰ ਤੇ ਕਿਸ ਸਟੇਜ ਦੇ ਵਿੱਚ ਵਿਕਾਸ ਕਰਦਾ ਹੈ? ਤਿੰਨੋਂ ਹੀ ਪ੍ਰੀਨੇਟਲ ਸਟੇਜ ਨੇ, ਠੀਕ ਹੈ। 2 ਵੀਕ ਤੱਕ ਦਾ ਪੀਰੀਅਡ ਜਿਹੜਾ ਹੁੰਦਾ 0 ਤੋਂ ਲੈ ਕੇ 2 ਵੀਕ ਤੱਕ ਦਾ ਪੀਰੀਅਡ ਜਿਹੜਾ ਜਰਮੀਨਲ ਆ, ਠੀਕ ਹੈ। 2 ਤੋਂ ਲੈ ਕੇ 8 ਜਾਂ 9 ਵੀਕ ਤੱਕ ਦਾ ਜਿਹੜਾ ਪੀਰੀਅਡ ਹੈਗਾ ਉਹ ਇੰਬਰੋਨਿਕ ਆ, ਜਿੱਥੇ ਸਿਰਫ ਉਹ ਦਿਮਾਗ ਦਾ ਵਿਕਾਸ ਸ਼ੁਰੂ ਕਰਦਾ। 2 ਵੀਕ ਤੋਂ ਲੈ ਕੇ ਟਿਲ ਬਰਥ ਤੱਕ ਦਾ ਜੋ ਪੀਰੀਅਡ ਹੈ ਜਿਹਦੇ ਚ ਬੱਚਾ ਆਲ ਰਾਉਂਡ ਹਰ ਪੱਖ ਤੋਂ ਡਿਵੈਲਪ ਕਰਦਾ ਹੈਗਾ ਫੀਟਲ, यानी कि फिजिकल ग्रोथ वगैरह बच्चे की कंप्लीट जिहड़ी हैगी वो फीटल पीरियड दे विच हुंदी है। तो संपूर्ण होलिस्टिकली जिहड़ा एक बच्चा हैगा वो किहड़ी स्टेज दे विच डेवलप हुंदा जी? इसे स्टेज दे विच। नेक्स्ट क्वेश्चन आ जी अपने कोल, वैक्सीनेशन वर्ड यूज्ड बाय। तो देखो वैक्सीनेशन 2 टर्म ने, एक हुंदी अपने कोल वैक्सीन, टीका, ठीक है। जे तां पुछन वैक्सीन टर्म किने यूज कीती है, तां वैक्सीन टर्म जो यूज कीती सीगी लुइस पास्चर ने, ठीक है जी। लुइस पास्चर ने वैक्सीन टर्म यूज की सी, यानी टीका शब्द यूज किया सीगा। ते ये जिहड़े सीगे ये फ्रेंच कैमिस्ट सी, ठीक है, फ्रांस दे सीगे, फ्रेंच कैमिस्ट सीगे लुइस पास्चर। बट साडे कोल इत्थे टर्म हैगी वैक्सीनेशन, टीकाकरण, टीका लाउण दी जिहड़ी प्रक्रिया हैगी आ। तां वैक्सीनेशन टर्म जिन्हां ने यूज कीती वो कौन ने जी? एडवर्ड जेनर, ठीक है। एडवर्ड जेनर ने काओ यानी कि गां ते नाल मतलब गां नूं ऐड करके कुछ 1789 दे दौरान जिहड़ा सी एक मेडिसिन तैयार की सी। फर्स्ट जिहड़ी वैक्सीनेशन तैयार की सी, फर्स्ट वैक्सीन जो तैयार की सी एडवर्ड जेनर ने वो सीगी स्मॉल पॉक्स दी, ठीक है। स्मॉल पॉक्स जिन्हों कि असी वेरियोला आखते हैं, वेरियोला वायरस, ठीक है, वेरियोला वायरस करके हुंदी है। तो स्मॉल पॉक्स की मेडिसिन तैयार की सीगी इन्हें, सॉरी वैक्सीन तैयार की सीगी। तो इस करके वैक्सीनेशन टर्म जिहड़ी आ फर्स्ट यूज मनी जाती है बाय एडवर्ड जेनर। जो नाल सालक दा संबंध जी साडी जिहड़ी हैगी आ पोलियो वैक्सीन दे नाल। देन अपने कोल क्वेश्चन हैगा मैक्सो वायरस इज द कॉज ऑफ, ठीक है। ਤਾਂ ਮਿਕਸੋ ਵਾਇਰਸ ਜਿਹੜਾ ਹੈਗਾ ਉਹ ਕਿਹੜੀ ਬਿਮਾਰੀ, ਕਿਹੜੀ ਡਿਸੀਜ਼ ਦਾ ਕਾਰਨ ਆ? ਤਾਂ ਮਿਕਸੋ ਵਾਇਰਸ ਕਰਕੇ ਜਿਹੜੀ ਬਿਮਾਰੀ ਹੁੰਦੀ ਆ ਉਹ ਹੈਗੀ ਆ ਮੀਜ਼ਲ, ਠੀਕ ਹੈ। ਤਾਂ ਮੀਜ਼ਲ ਆ ਜਿਹਨੂੰ ਅਸੀਂ ਖਸਰਾ ਵੀ ਆਖਦੇ ਹੈਗੇ ਆ, ਇਹ ਕਿਹਦੇ ਕਰਕੇ ਹੁੰਦਾ ਜੀ? ਮਿਕਸੋ ਵਾਇਰਸ ਦੇ ਕਰਕੇ। ਜਿਹੜਾ ਮੰਪਸ ਹੈਗਾ ਜਿਹਨੂੰ ਕੰਨ ਪੀੜੇ ਆਖਿਆ ਜਾਂਦਾ ਹੈਗਾ, ਇਹ ਹੁੰਦਾ ਹੈਗਾ ਪੈਰਾਮਿਕਸੋ ਦੇ ਕਰਕੇ, ਪੈਰਾਮਿਕਸੋ ਦੇ ਕਰਕੇ, ਠੀਕ ਹੈ ਜੀ। ਜਿਹੜੀ ਕੋਲੇਰਾ हैगी आ, हैजा जिन्हों असीं आख दिंदे हैगे आ, ये कोलरा वाइबरियो, ठीक है, ये करके इस वायरस के करके बीमारी हुंदी है। ते मलेरिया जिहड़ा हैगा, मलेरिया तुहानूं पता ही एक मलेरिया परजीवी प्लाज्मोडियम, प्लाज्मोडियम बाइवोकस, ठीक है। मेन वायरसेस ने जिन्ना करके बीमारियां होंदी। नेक्स्ट है जी अपने कोल डीपीटी फर्स्ट डोज गिवन इन द एज। ता जेडी डीपीटी है यानी डीपीटी की हैगी है, डी की हैगी है डिप्थीरिया, ठीक है, गले दे नाल थ्रोट स्वेलिंग हो जाती है, परट्यूसिस वूपिंग कफ दे नाल खंघ लग जाती है, ते टैटनस जेडी हैगी आ एक लॉक जां जबाड़े जिवें आपां कहिए दंदलां पै जांदियां उस तरीके दी हुंदी है ना टैटनस। ਤਾਂ ਡੀਪੀਟੀ ਦੇ ਲਈ ਜਿਹੜੀ ਫਰਸਟ ਡੋਜ਼ ਹੈਗੀ ਉਹ ਬੱਚੇ ਨੂੰ 6 ਵੀਕ ਦੇ ਵਿੱਚ ਦਿੱਤੀ ਜਾਂਦੀ ਹੈ, ਠੀਕ ਹੈ। ਜਿਹੜੀ ਡੋਜ਼ ਹੁੰਦੀ ਹੈ ਇਹ 0.5 ml ਬੱਚੇ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਠੀਕ ਹੈ। ਟੋਟਲ 5 ਡੋਜ਼ਸ ਦਿੱਤੀਆਂ ਜਾਂਦੀਆਂ, ਜਿਹਦੇ ਵਿੱਚੋਂ 3 ਮੇਨ ਡੋਜ਼ਸ ਹੁੰਦੀਆਂ ਤੇ 2 ਜਿਹੜੀਆਂ ਬੂਸਟਰ ਡੋਜ਼ ਵੀ ਹੁੰਦੀਆਂ, ਠੀਕ ਹੈ। 3 ਮੇਨ 2 ਬੂਸਟਰ। ਜਿਹੜੀਆਂ 3 ਮੇਨ ਨੇ ਉਹਨਾਂ ਦੇ ਵਿੱਚੋਂ ਪਹਿਲੀ ਜਿਹੜੀ ਹੈਗੀ ਉਹ 6 ਵੀਕ ਦੇ ਵਿੱਚ, ਦੂਜੀ 10 ਵੀਕ ਦੇ ਵਿੱਚ ਤੇ ਤੀਜੀ 14 ਵੀਕ ਦੇ ਵਿੱਚ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਂਦੀਆਂ। ਜਿਹੜੀਆਂ 2 ਬੂਸਟਰ ਨੇ ਉਹਨਾਂ ਦੇ ਵਿੱਚੋਂ ਪਹਿਲੀ ਬੂਸਟਰ ਜਿਹੜੀ ਹੈਗੀ ਉਹ 16 ਤੋਂ 24 ਮੰਥ ਦੇ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਤੇ ਫਿਰ ਜਿਹੜੀ 5ਵੀਂ ਬੂਸਟਰ ਡੋਜ਼ ਹੈਗੀ ਆ ਉਹ 5 ਸਾਲ ਦੇ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਠੀਕ ਹੈ ਜੀ। ਤੇ ਜਿਹੜੀ ਹੈਗੀ ਆ ਡੀਪੀਟੀ IM यानी कि इंटर मसल, ठीक है, जिवें कि अलग-अलग ਹੁੰਦਾ कि इंटर मसल लगदी हैगी आ जां
सबकुटेनियस लगदी है जां इंटरडर्मल लगदी है ना, तां अलग-अलग वे हुंदे ने, तां इस करके जिहड़ा ये कित्थे लगदी हैगी है जी, ये लगदी हैगी अपने कोल कित्थे इंटरमसल IM प्रोवाइड कीती जांदी है, ठीक है, इंटरमसल। नेक्स्ट आ जी अपने कोल 1 ग्राम फैट हैव कितनियां कैलोरीज है ना, तो 1 ग्राम फैट यानी चर्बी दे विच कितनियां कैलोरीज हुंदियां ने, तो 1 ग्राम चर्बी दे विच सब तो ज्यादा कैलोरीज हुंदियां 9। वैसे जिवें प्रोटीन आ जां कार्बो आ, प्रोटीन होगी जां कार्बो हो गए, तो उन्हां दे विच जिहड़ी हैगी आ 4 ग्राम 4 कैलोरीज पाईयां जांदियां, बट फैट दे विच सब तो ज्यादा कैलोरीज हुंदियां ने 9 ग्राम, ठीक है जी। नेक्स्ट एंड लास्ट क्वेश्चन अपने कोल, विच ऑफ फॉलोइंग विटामिन हैव इंक्लूड विटामिन एच। काफी बच्चे कह रहे सी जी विटामिन एच तो तुसी करवाया ही नहीं, मैं ਤੁਹਾਨੂੰ वैसे किसी क्वेश्चन ਦੇ ਵਿੱਚ MCQs ਦੇ ਵਿੱਚ ਪਹਿਲਾਂ ਵੀ ਕਰਵਾ ਚੁੱਕੀ ਆ। ਤਾਂ ਜਿਹੜਾ ਬੇਟਾ ਵਿਟਾਮਿਨ ਬੀ ਕੈਟਾਗਰੀ ਦਾ ਤੁਹਾਨੂੰ ਪਤਾ ਹੀ ਹੋਏਗੀ ਸਭ ਨੂੰ, ਵਿਟਾਮਿਨ ਬੀ, ठीक है, वाटर सॉल्युएबल। तो विटामिन बी ना काफी सारे जिवें बी हो गया 1 आ 2 आ 3 आ 13 आ 7 आ, इस तरीके ਦੇ ਨਾਲ ਇਹਦੀਆਂ ਕੈਟਾਗਰੀਜ਼ ਨੇ। ਤਾਂ ਜਿਹੜੀ ਵਿਟਾਮਿਨ ਬੀ ਹੈਗੀ ਆ ਨਾ, ਵਿਟਾਮਿਨ ਬੀ ਦੇ ਵਿੱਚ ਜਿਹੜਾ B7 ਵਿਟਾਮਿਨ ਹੈਗਾ, ਠੀਕ ਹੈ, ਜਿਹਨੂੰ ਅਸੀਂ ਬਾਇਓਟਿਨ ਆਖਦੇ ਆ। ਤੁਹਾਨੂੰ ਇਹ ਕਲੀਅਰ ਹੋਊਗਾ ਬੇਟਾ ਕਿ ਵਿਟਾਮਿਨ ਬੀ ਕੰਪਲੈਕਸ ਆ ਜਿਹੜਾ ਉਹ ਸੈੱਟ ਆ ਕਿੰਨੇ ਸਾਰੇ ਇਨਰ ਵਿਟਾਮਿਨਾਂ ਦਾ। ਤਾਂ ਉਹਦੇ ਵਿੱਚ ਜਿਹੜਾ ਬਾਇਓਟਿਨ ਹੈ ਜਾਂ ਆਪਾਂ ਕਹਿ ਦਈਏ ਵਿਟਾਮਿਨ B7 ਹੈ, ਉਹ ਕਿਹੜਾ ਹੈ ਆਪਣੇ ਕੋਲ ਵਿਟਾਮਿਨ ਐਚ। ਇਸ ਕਰਕੇ ਅਸੀਂ ਵਿਟਾਮਿਨ ਐਚ ਨੂੰ ਬੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ, ਠੀਕ ਹੈ। ਐਚ ਕੈਟਾਗਰੀ ਯਾਨੀ ਕਿ ਵਿਟਾਮਿਨ ਬੀ ਕੈਟਾਗਰੀ ਦੇ ਵਿੱਚ ਇਹਨੂੰ ਰੱਖਿਆ ਜਾਂਦਾ। ਸਕਿਨ ਦੇ ਲਈ, ਵਾਲਾਂ ਦੇ ਲਈ ਕਾਫੀ ਅੱਛਾ ਵਿਟਾਮਿਨ ਮੰਨਿਆ ਜਾਂਦਾ, ਠੀਕ ਹੈ, ਔਰ ਰੰਗ ਵੀ ਅੱਛਾ ਮੰਨਿਆ ਜਾਂਦਾ। ਤਾਂ B7 ਕਿਹਦਾ ਹਿੱਸਾ ਹੈਗਾ, ਵਿਟਾਮਿਨ ਬੀ ਦੇ ਵਿੱਚ B7 ਆ, ਜਿਹਨੂੰ ਬਾਇਓਟਿਨ ਆਖਦੇ ਆ, ਤੇ ਬਾਇਓਟਿਨ ਨੂੰ ਸਪੈਸੀਫਿਕ ਵਿਟਾਮਿਨ ਐਚ ਦਾ ਨਾਮ ਦਿੱਤਾ ਗਿਆ, ਠੀਕ ਹੈ ਜੀ। ਕਲੀਅਰ। ਤਾਂ ਇਹ ਸੀ ਸਾਡੀ ਅੱਜ ਦੀ ਕਲਾਸ। ਨੈਕਸਟ ਕਲਾਸ ਦੇ ਵਿੱਚ ਨੈਕਸਟ ਸੀਰੀਜ਼ ਨੂੰ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।